ਕਮਾਈ ਭਾਈ ਗੁਰ ਸਿੱਖ ਸੰਗਤਾਂ। ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕੇ ਸਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਦੇ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਬੰਸ ਦਾਨੀ ਦੀਨ ਦੁਨੀ ਦੇ ਮਾਲਕ ਮਹਾਰਾਜ ਦੀਨਾ ਸਾਹਿਬ ਦੀ ਧਰਤੀ ਤੇ ਸੁਭਾਈਮਾਨ ਨੇ ਇੱਕ ਮਿਸਤਰੀ ਸਿੰਘ ਦੇ ਚਬਾਰੇ ਦੇ ਅੰਦਰ ਆਸਣ ਲਾਇਆ ਹੋਇਆ ਹੈ। ਸ਼ਮੀਰ ਸਤਿਗੁਰਾਂ ਦੀ ਬੜੀ ਸੇਵਾ ਕਰਦਾ ਹੈ। ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ। ਭਾਈ ਰੂਪੇ ਦੇ ਵੰਸ਼ ਦੇ ਵਿੱਚੋਂ ਔਰ ਬੜੇ ਪ੍ਰੇਮ ਨਾਲ ਔਰ ਪੁਸ਼ਾਕ ਲੈ ਕੇ ਹਾਜ਼ਰ ਹੋਏ ਨੇ ਤੇ ਜਦੋਂ ਪੁਸ਼ਾਕ ਲੈ ਕੇ ਭਾਈ ਗੁੱਦੜ ਗੋਪਾਲ ਦਾਸ ਆਦਿ ਉਹਨਾਂ ਪੁਸ਼ਾਕ ਲਿਆਂਦੀ ਏ, ਮਹਾਰਾਜ ਅੱਗੇ ਰੱਖੀ ਏ। ਗੁਰੂ ਸਾਹਿਬ ਬੈਠੇ ਕਹਿੰਦੇ, ਸ਼ਮੀਰ ਤੇਰੇ ਉੱਪਰ ਅਸੀਂ ਬੜੇ ਪ੍ਰਸੰਨ ਹੋਏ, ਤੂੰ ਬੜੀ ਸੇਵਾ ਕੀਤੀ ਆ ਤੇ ਤੂੰ ਇਸ ਪੁਸ਼ਾਕ ਨੂੰ ਪਹਿਨ ਲੈ, ਘੋੜੇ ਤੇ ਅਸਵਾਰ ਹੋ ਤੇ ਜਿੱਥੋਂ ਤੱਕ ਘੋੜਾ ਭਜਾ ਕੇ ਗੇੜਾ ਕੱਢ ਕੇ ਆ ਜਾਏਗਾ ਨਾ ਚੌਗਿਰਦੇ, ਉਥੋਂ ਤੱਕ ਤੇਰੇ ਰਾਜ ਦੀਆਂ ਹੱਦਾਂ ਹੋਣਗੀਆਂ। ਜਿੰਨਾ ਵੀ ਤੂੰ ਰਾਜ ਪਾਟ ਤਿੰਨੀ ਧਰਤੀ ਤੇ ਕਰਨਾ ਚਾਹੁੰਦਾ, ਘੋੜੇ ਦਾ ਗੇੜਾ ਦੇ ਲੈ। ਸ਼ਮੀਰ ਆਪਣੇ ਘਰੇ ਚਲਾ ਗਿਆ, ਜਾ ਕੇ ਆਪਣੇ ਭਰਾ ਲਖਮੀਰ ਤਖਤਮਾਲਾ ਆਪਣੀਆਂ ਪਤਨੀਆਂ ਦੇ ਨਾਲ ਸਲਾਹ ਕੀਤੀ। ਮਹਾਰਾਜ ਜੀ ਨੇ ਇਹ ਹੁਕਮ ਕੀਤਾ ਹੈ, ਜੈਤੋ ਦੇ ਰਹਿਣ ਵਾਲਾ ਇੱਕ ਇਹਨਾਂ ਦਾ ਮਾਮਾ ਸੀਗਾ, ਉਹ 5 ਪੀਰਾਂ ਨੂੰ ਮੰਨਦਾ ਸੀ। ਇੱਕ ਅੱਧੇ ਤੇ ਉਹਦਾ ਭਰੋਸਾ ਨਹੀਂ ਸੀ, 5 ਤੇ ਸੀ। ਪਤਾ ਨਹੀਂ ਕਿਹਦੇ ਕਿਹੜੇ ਮੰਨੀ ਜਾਂਦਾ ਸੀ। ਉਹ 5 ਨੂੰ ਮਨਾਉਣ ਵਾਲਾ ਤੇ ਇਹਨਾਂ ਨੂੰ ਕੁਝ ਕਹਿ ਨਹੀਂ ਸੀ ਸਕਦਾ, ਪਰ ਉਹਦੇ ਮਨ ਅੰਦਰ ਕਿਰੜ ਸੀ ਕਿ ਇੰਨੀ ਗੁਰੂ ਦੀ ਕਿਉਂ ਸੇਵਾ ਕਰਦੇ, ਇਹਦਾ ਕੀ ਹੈ। ਜਦੋਂ ਸ਼ਮੀਰ ਨੇ ਘਰੇ ਗੱਲ ਕੀਤੀ ਕਿ ਮਹਾਰਾਜ ਕਹਿੰਦੇ ਉੱਥੋਂ ਤੱਕ ਤੇਰਾ ਰਾਜ ਹੋ ਜਾਏਗਾ, ਘੋੜੇ ਦਾ ਗੇੜਾ ਕੱਢਿਆ, ਤੇ ਸਾਰਾ ਪਰਿਵਾਰ ਆਂਦਾ ਗੱਲ ਤਾਂ ਠੀਕ ਹੈ, ਜੇ ਮਹਾਰਾਜ ਬਖਸ਼ਿਸ਼ ਕਰਨਾ ਚਾਹੁੰਦੇ ਆ। ਇਹ ਜੈਤੋ ਵਾਲਾ ਇਹਦਾ ਸ਼ਮੀਰ ਦਾ ਮਾਮਾ ਬੋਲਿਆ, ਕਹਿਣ ਲੱਗਾ ਗੁਰੂ ਸਾਹਿਬ ਦਾ ਆਪਦਾ ਤਾਂ ਘਰ ਉੱਜੜ ਗਿਆ, ਆਪਦੇ ਤਾਂ ਬੈਠਣ ਜੋਗੀ ਜਗ੍ਹਾ ਨਹੀਂ ਰਹੀ, ਆਪਦਾ ਪਰਿਵਾਰ ਨਹੀਂ ਬਚਾ ਸਕਿਆ, ਉਹਦਾ ਸਾਰਾ ਕੁਝ ਲੁੱਟਿਆ ਪੁੱਟਿਆ ਜਾਣ ਕਰਕੇ ਇਹ ਜੋ ਆਉਂਦਾ ਹੁਣ ਉਹ ਹੀ ਬੋਲੀ ਜਾਂਦਾ। ਐਵੇਂ ਦੀਆਂ ਗੱਲਾਂ ਤੇ ਭਰੋਸਾ ਨਾ ਕਰ ਲਿਆ ਜੇ, ਐਵੇਂ ਮੱਥਾ ਮਾਰਨਾ ਕਿੱਧਰ ਘੋੜੇ ਤੇ ਭੱਜਾ ਜਾਏਗਾ। ਇਹਦਾ ਛੋਟਾ ਭਰਾ ਲਖਮੀਰ ਕਹਿਣ ਲੱਗਾ, ਕਹਿੰਦਾ ਵੀ ਜੇ ਸਤਿਗੁਰੂ ਦਾ ਬਚਨ ਮੋੜਿਆ ਨਾ, ਜੇ ਮਹਾਰਾਜ ਨੇ ਕੋਈ ਹੋਰ ਬਚਨ ਕਰ ਦਿੱਤਾ, ਨਾ ਹੋਵੇ ਵੀ ਆਪਣੀਆਂ ਵੀ ਜੜ੍ਹਾਂ ਪੱਟੀਆਂ ਜਾਣ, ਬਚਨ ਜ਼ਰੂਰ ਮੰਨੋ। ਇਹ ਜਿਹੜਾ ਜੈਤੋ ਵਾਲਾ ਇਹਨਾਂ ਦਾ ਮਾਮਾ ਸੀ, ਕਹਿਣ ਲੱਗਾ ਫਿਰ ਮੈਂ ਤੁਹਾਨੂੰ ਦੱਸ ਦੇਣਾ, ਤੁਹਾਡਾ ਬਚਨ ਵੀ ਰਹਿ ਜੂ। ਜਦੋਂ ਸ਼ਮੀਰ ਨੇ ਕਿਹਾ ਵੀ ਮਹਾਰਾਜ ਨੇ ਜੇ ਪੁੱਛ ਲਿਆ ਤੇ ਫਿਰ ਕੀ ਕਹਾਂਗੇ, ਝੂਠ ਬੋਲਾਂਗੇ, ਝੂਠ ਬੋਲਿਆ ਨਹੀਂ ਜਾਣਾ ਉਹਨਾਂ ਦੇ ਕੋਲੋਂ, ਤਾਂ ਅੰਦਰ ਦੀਆਂ ਜਾਣਨ ਵਾਲੇ। ਕਹਿੰਦਾ ਘੋੜੇ ਤੇ ਚੜ ਜਾ ਤੇ ਜਾ ਕੇ ਨਾ ਆਪਣੇ ਪਿੰਡ ਦੇ ਉੱਪਰ ਦੀ ਗੇੜਾ ਦੇ ਲਾ, ਐਵੇਂ ਮੱਥਾ ਮਾਰੀ ਨਾ ਕਰ। ਜਦੋਂ ਇਹ ਸ਼ਮੀਰ ਨੇ ਕੀ ਕੀਤਾ ਬਈ ਉਹ ਪੁਸ਼ਾਕ ਪਹਿਨੀ ਤੇ ਪੁਸ਼ਾਕ ਪਹਿਨ ਕੇ ਤੇ ਘੋੜੇ ਤੇ ਸਵਾਰ ਹੋ ਕੇ ਪਿੰਡ ਦਾ ਗੇੜਾ ਕੱਢ ਕੇ ਆ, ਮਹਾਰਾਜ ਨੂੰ ਮੱਥਾ ਟੇਕਿਓ। ਮਹਾਰਾਜ ਕਹਿੰਦੇ, ਸ਼ਮੀਰ ਤੈਨੂੰ ਆਖਿਆ ਸੀ ਅਸੀਂ ਤੈਨੂੰ ਰਾਜ ਭਾਗ ਦੇਣਾ ਚਾਹੁੰਦੇ ਸਾਂ, ਵੀ ਉਹ ਜਿੱਥੋਂ ਤੱਕ ਗੇੜਾ ਕੱਢ ਆਵੇਂਗਾ ਉਨੀ ਧਰਤੀ ਦਾ ਤੂੰ ਰਾਜਾ ਹੋਵੇਂਗਾ, ਤੇਰੀ ਸੰਤਾਨ ਰਾਜ ਕਰੇਗੀ। ਉਹ ਤਾਂ ਪਿੰਡ ਦਾ ਹੀ ਗੇੜਾ ਕੱਢ ਕੇ ਆ ਗਿਆ। ਉਸ ਨੇ ਇਹਨੂੰ ਉਹਦੇ ਤੋਂ ਵੀ ਰੱਖ ਦਿੱਤਾ,
ਨਾ ਲੈਣ ਦਿੱਤਾ, ਰਾਜ ਤੋਂ ਵੀ ਵਾਂਝਿਆ ਰੱਖ ਦਿੱਤਾ। ਕਈ ਵਾਰ ਬੰਦੇ ਨੂੰ ਨਾ ਜਿਆਦੀ ਸਿਆਣਪਤਾ ਵੀ ਲੈ ਕੇ ਡੁੱਬ ਜਾਂਦੀ ਹੁੰਦੀ, ਉਹ ਹਰ ਗੱਲ ਤੇ ਸ਼ੰਕਾ ਖੜੀ ਕਰ ਦਿੰਦਾ, ਆ ਨਹੀਂ ਉਹ ਨਹੀਂ ਉਹ ਆ। ਗੁਰੂ ਦਾ ਬਚਨ ਨਾ ਮੰਨਣ ਦਿੱਤਾ। ਜਿਵੇਂ ਅੱਗੇ ਸਤਿਗੁਰੂ ਮਹਾਰਾਜ ਦਾ ਪ੍ਰਸੰਗ ਆ ਰਿਹਾ ਹੈ, ਮਹਾਰਾਜ ਇਹਨਾਂ ਤੇ ਫੇਰ ਬਖਸ਼ਿਸ਼ ਕਰਨੀ ਚਾਹੁੰਦੇ, ਕੀ ਚਾਹੁੰਦੇ ਆ, ਕੀ ਹੁੰਦਾ ਹੈ। ਆਓ ਮਨ ਬਿਰਤੀਆਂ ਆਕਾਗਰਤ ਕਰਕੇ ਦੀਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦਾ ਮਾਲਕ ਜਿਵੇਂ ਕੌਤਕ ਵਰਤਾ ਰਿਹਾ ਹੈ, ਮਨ ਬਿਰਤੀਆਂ ਆਕਾਗਰਤ ਕਰਕੇ ਸੁਰਤ ਕਰਕੇ ਆਪਣੇ ਆਪ ਨੂੰ ਦੀਨਾ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੀਏ, ਜਿੱਥੇ ਸੰਗਤਾਂ ਸਤਿਗੁਰੂ ਬੈਠੇ ਹੋਇਆਂ ਦੇ ਦਰਸ਼ਨ ਦੇਦਾਰ ਕਰ ਰਹੀਆਂ ਨੇ। ਸਤਿਗੁਰੂ ਕੀ ਕਹਿ ਰਹੇ ਹਨ, ਇਸ ਪ੍ਰਕਾਰ ਬੀਤੇ ਦਿਵਸ, ਇਸ ਤਰ੍ਹਾਂ ਜਿਹੜੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਦੀਨਾ ਸਾਹਿਬ ਦੀ ਧਰਤੀ ਦੇ ਉੱਪਰ ਕੌਤਕ ਕਰਦਿਆਂ ਹੋਇਆਂ ਕੁਝ ਦਿਨ ਬਤੀਤ ਹੋ ਗਏ ਹਨ। 10 ਏਕਾਦਸ਼ ਜਾਨ, ਔਰ 10 ਤੇ ਏਕਾਦਸ਼, 10 ਤੇ ਏਕਾਦਸ਼, 1 ਤੇ 10 ਔਰ 20 ਤੇ 1 21 ਦਿਨ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੀਨੇ ਬੈਠਿਆ ਹੋਇਆ। ਭੋਜਨ ਕੋਕਰ ਹੈ। ਇਹ ਤਰ੍ਹਾਂ ਸਮੀਰ ਜਿਹੜਾ ਹੈ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਨਾਨਾ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਪ੍ਰੇਮ ਪੂਰਵਕ ਛਕਾਉਣਾ ਕਰਦਾ ਹੈ। ਬਹੁਤ ਹੀ ਹਿੱਤ ਪ੍ਰੇਮ ਦੇ ਨਾਲ ਮਹਾਰਾਜ ਦੇ ਲਈ ਭੋਜਨ ਤਿਆਰ ਕਰਕੇ ਲਿਆਉਂਦਾ, ਹੱਥ ਬੰਨ ਕੇ ਕਹਿੰਦਾ, ਮਹਾਰਾਜਾ ਵੀ ਥੋੜਾ ਜਿਹਾ ਛਕੋ, ਆ ਵੀ ਥੋੜਾ ਜਿਹਾ ਛਕੋ। ਬੜੇ ਪ੍ਰੇਮ ਪੂਰਵਕ ਭੋਜਨ ਤਿਆਰ ਕਰਕੇ ਲਿਆ ਕੇ ਛਕਵਾਉਂਦਾ ਹੈ। ਇੱਕ ਦਿਨ ਕਰਿਓ ਆਹਾਰ ਸ਼ੁਭ, ਔਰ ਇੱਕ ਦਿਨ ਬੜੇ ਪ੍ਰੇਮ ਦੇ ਨਾਲ ਜਿਹੜਾ ਇਹ ਭੋਜਨ ਤਿਆਰ ਕੀਤਾ ਹੈ, ਧਰ ਥਾਰ ਮਝਾਰੀ, ਤੇ ਬਹੁਤ ਵੱਡੇ ਥਾਲ ਦੇ ਵਿੱਚ ਰੱਖ ਕੇ ਕਰਿਓ ਪਰੋਸਨ ਤਬ ਭਲੇ, ਬੜੀ ਭਲੀ ਪ੍ਰਕਾਰ ਸ਼ਮੀਰ ਭੋਜਨ ਜਿਹੜਾ ਪਰੋਸ ਕੇ ਢੱਕ ਕੇ ਮਹਾਰਾਜ ਜੀ ਦੇ ਛਕਣ ਵਾਸਤੇ ਲੈ ਕੇ ਆਇਆ ਹੈ। ਧਰ ਗੁਰੂ ਅਗਾਰੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਨਮੁਖ ਸਾਹਮਣੇ ਛਕਣ ਵਾਸਤੇ ਭੋਜਨ ਰੱਖ ਦਿੱਤਾ ਹੈ। ਕਰਿਓ ਸ਼ਮੀਰਾ ਨਿਕਟ ਤਬ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਥਾਲਾ ਪਰ ਭੋਜਨ ਦਾ ਰੱਖ ਕੇ ਤੇ ਸ਼ਮੀਰ ਜਿਹੜਾ ਆਪ ਕੋਲ ਟਿਕ ਗਿਆ। ਪ੍ਰਭ ਅਚਨ ਕਰੰਤੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਜਿਹੜੇ ਨੇ ਭੋਜਨ ਛਕਣ ਲੱਗ ਪਏ। ਨੀਰ ਕਟੋਰਾ ਦੇਤ ਭਰ, ਤੇ ਸਤਿਗੁਰੂ ਮਹਾਰਾਜ ਜੀ ਜਦੋਂ ਜਲ ਛਕਣਾ ਹੈ ਨਾ, ਸ਼ਮੀਰ ਖੜਾ ਉਦੋਂ ਹੀ ਔਰ ਜਿਹੜਾ ਹੈ ਕੌਲਾ ਪਾਣੀ ਦਾ ਭਰ ਕੇ ਸਤਿਗੁਰਾਂ ਨੂੰ ਦਿੰਦਾ ਹੈ। ਜੀ ਪਾਣ ਪਿਬੰਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਮੀਰ ਪਾਣੀ ਲੈ ਕੇ ਖੜਾ ਹੈ ਤੇ ਤੋਂ ਪਾਣੀ ਲੈ ਕੇ ਛਕਦੇ ਹਨ ਜਲ। ਤ੍ਰਿਪਤ ਹੋਏ ਸਤਿਗੁਰ ਰਹੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੋਜਨ ਛਕ ਕੇ ਜਿਹੜੇ ਤ੍ਰਿਪਤ ਹੋ ਗਏ। ਨਿਜ ਬਿਨੈ ਬੇਖਾਨੀ, ਫਿਰ ਇਹ ਸ਼ਮੀਰ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਾ ਬੇਨਤੀ ਕੀਤੀ। ਇਹ ਜਿਹੜਾ ਸ਼ਮੀਰ ਹੈ ਨਾ ਤੇ ਲਖਮੀਰ ਤਖਤਮਲ, ਇਹਨਾਂ ਦੀ ਔਲਾਦ ਅੱਜ ਵੀ ਦੀਨਾ ਸਾਹਿਬ ਰਹਿੰਦੀ ਹੈ, ਤੇ ਜਿੰਨੀ ਰਹਿੰਦੀ ਉਹ ਸਾਰੀ ਇੱਥੇ ਆਪਣੇ ਇਸ ਸਥਾਨ ਤੇ ਭਦੌੜ ਆਉਂਦੀ ਆ। ਇੱਥੇ ਆਉਂਦੇ ਨੇ, ਮੈਨੂੰ ਵੀ ਸਮਾਂ ਮਿਲਿਆ ਸੀ, ਮੈਂ ਉਹਨਾਂ ਦੇ ਘਰੇ ਵੀ ਉੱਥੇ ਜਾ ਕੇ ਆਇਆ। ਉਸ ਸਥਾਨ ਨੂੰ ਸਾਹਮਣੇ ਹੀ ਉਹਨਾਂ ਦੇ ਨਿੱਜੀ ਘਰ ਨੇ, ਉਸ ਸਮੇਂ ਤੋਂ ਲੈ ਕੇ ਜਦੋਂ ਤੋਂ ਸ਼ਮੀਰ ਸੀ ਉਹ ਸਾਰੇ ਹੀ ਜਿਹੜੇ ਆ ਉੱਥੇ ਰਹਿੰਦੇ ਨੇ ਦੀਨਾ ਸਾਹਿਬ ਤੇ ਸ਼ਮੀਰ ਕੋਲ ਹੱਥ ਜੋੜ ਕੇ ਬੇਨਤੀ ਕਰਦਾ ਹੈ। ਤੀਜਾ ਸੀਤ ਪ੍ਰਸਾਦ ਨਿਜ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਦਾਤਾਰ ਪ੍ਰਭੂ ਜੀ ਆਪ ਜੀ ਨੇ ਭੋਜਨ ਛਕ ਲਿਆ ਤੇ ਸਾਡੇ ਤੇ ਕਿਰਪਾ ਕਰੋ, ਆਪਣੇ ਭੋਜਨ ਦੇ ਵਿੱਚੋਂ ਕੁਝ ਸੀਤ ਪ੍ਰਸ਼ਾਦ ਜਿਹੜਾ ਆਪ ਛਕਿਆ ਹੋਇਆ ਹੈ, ਕੁਝ ਸਾਨੂੰ ਪ੍ਰਸ਼ਾਦ ਵਜੋਂ ਜਿਹੜਾ ਦੇ ਦੇਣਾ ਕਰੋ, ਤੁਹਾਡਾ ਭੋਗ ਲੱਗਿਆ ਹੋਇਆ। ਹਮ ਕਰ ਹੈ ਖਾਨੀ, ਮਹਾਰਾਜ ਅਸੀਂ ਸਾਰੇ ਆਪ ਜੀ ਦਾ ਪ੍ਰਸ਼ਾਦ ਜਾਣ ਕੇ ਛਕ ਲਵਾਂਗੇ। ਸ੍ਰੀ ਮੁਖ ਬੋਲੇ ਥਾਲ ਲਿਹੋ, ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਦੀਨ ਦੁਨੀਆ ਦਾ ਮਾਲਕ ਸ਼ਮੀਰ ਨੂੰ ਕਹਿਣ ਲੱਗੇ, ਸ਼ਮੀਰਾ ਥਾਲ ਲੈ ਲੈ ਭੋਜਨ ਵਾਲਾ, ਬੈਠੋ ਇਸ ਥਾਨਾ, ਕਹਿੰਦੇ ਆ ਲੈ ਭੋਜਨ ਤੂੰ ਛਕ ਲੈ ਇੱਥੇ ਬੈਠ ਕੇ, ਕਰੋ ਖਾਨ ਹਿਤ ਖਾਨ ਕੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਇੱਥੇ ਬੈਠ ਕੇ ਬੜੇ ਪ੍ਰੇਮ ਦੇ ਨਾਲ ਇਹਨੂੰ ਭੋਜਨ ਨੂੰ ਛਕ ਲੈਣਾ ਕਰ। ਸਰਦਾਲੂ ਮਹਾਨਾ, ਤੇ ਤੂੰ ਬਹੁਤ ਸ਼ਰਧਾਵਾਨ ਸਿੱਖ ਹੈ ਸ਼ਮੀਰ। ਕਰ ਜੋਰਤ ਬੋਲਿਓ ਬਹੁਰ, ਉਸ ਵੇਲੇ ਭਾਈ ਸ਼ਮੀਰ ਜਿਹੜਾ ਸੀ ਦੋਵੇਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਹਿ ਲੱਗਾ,
ਲੈ ਕੇ ਘਰ ਜਾਵੂ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਤੁਹਾਡਾ ਸੀਤ ਪ੍ਰਸ਼ਾਦ ਹੈ ਔਰ ਇਹ ਬੜੇ ਉੱਤਮ ਭਾਗਾਂ ਨਾਲ ਨਸੀਬ ਹੁੰਦਾ ਹੈ, ਤੇ ਮਹਾਰਾਜ ਮੈਂ ਸਾਰੇ ਪਰਿਵਾਰ ਨੂੰ ਛਕਾਉਣਾ ਚਾਹੁੰਦਾ ਹੈ, ਮੈਂ ਇਕੱਲਾ ਕਿਉਂ ਖਾਵਾਂ, ਤੁਸੀਂ ਕਿਰਪਾ ਕਰ ਦਿਓ, ਮੈਨੂੰ ਆਗਿਆ ਦਿਓ, ਮੈਂ ਘਰੇ ਲੈ ਜਾਵਾਂ। ਸਭ ਕੁਟੰਬ ਸੰਗ ਬੰਟਕੈ। ਮਹਾਰਾਜ ਮੈਂ ਸਾਰੇ ਆਪਣੇ ਪਰਿਵਾਰ ਦੇ ਨਾਲ ਵੰਡ ਕਰਕੇ ਇਸ ਸੀਤ ਪ੍ਰਸ਼ਾਦ ਨੂੰ ਧਰ ਭਾਵਨ ਖਾਵੋ। ਮਹਾਰਾਜ ਅਸੀਂ ਬੜੀ ਭਾਵਨਾ ਦੇ ਨਾਲ ਪ੍ਰੇਮ ਨਾਲ ਇਹਨੂੰ ਛਕਾਂਗੇ। ਇਮ ਕਹਿ ਥਾਰ ਉਠਾਏ ਕੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਗਿਆ ਦੇ ਦਿੱਤੀ ਤੇ ਸ਼ਮੀਰ ਨੇ ਉਹ ਥਾਲ ਜਿਹੜਾ ਸੀ ਨਾ ਮਹਾਰਾਜ ਦਾ ਭੋਜਨ ਬਚਿਆ ਹੋਇਆ ਚੱਕ ਲਿਆ। ਘਰ ਪਹੁੰਚਿਓ ਜਾਈ। ਬੜੀ ਖੁਸ਼ੀ ਦੇ ਨਾਲ ਅੱਜ ਸ਼ਮੀਰ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਲੈ ਕੇ ਆਪਣੇ ਘਰ ਵਿੱਚ ਪਹੁੰਚ ਗਿਆ। ਭਰਾਤਾ ਮਾਤੁਲ ਆਦ ਜੀ। ਤੇ ਜਿੰਨੇ ਵੀ ਦੋਵੇਂ ਦੇ ਭਰਾ ਸਨ, ਲਖਮੀਰ, ਤਖਤ ਮਾਲਾ ਤੇ ਇਹਦਾ ਮਾਮਾ, ਹੋਰ ਪਰਿਵਾਰ ਦੀਆਂ ਬੀਬੀਆਂ ਜਿੰਨੀਆਂ ਸਨ, ਸਭ ਲੀਏ ਬੁਲਾਈ। ਤੇ ਸਾਰਿਆਂ ਨੂੰ ਬੜੀ ਛੇਤੀ ਨਾਲ ਬੁਲਾਇਆ, ਕਹਿੰਦਾ ਆਵੋ ਜਲਦੀ ਆਓ, ਮਹਾਰਾਜ ਨੇ ਕਿਰਪਾ ਕੀਤੀ ਹੈ। ਥਾਰ ਜੋ ਮਹਾ ਪ੍ਰਸਾਦ ਕੋ। ਤੇ ਸਤਿਗੁਰੂ ਮਹਾਰਾਜ ਨੇ ਜਿਹੜਾ ਮਹਾਨਤਾ ਵਾਲਾ ਪ੍ਰਸ਼ਾਦ ਸਾਨੂੰ ਸੀਤ ਪ੍ਰਸ਼ਾਦ ਬਖਸ਼ਿਸ਼ ਕੀਤਾ ਹੈ, ਮੈਂ ਜਾਚ ਸੋ ਲਿਆਇਓ। ਔਰ ਮੈਂ ਗੁਰੂ ਸਾਹਿਬ ਜੀ ਤੋਂ ਇਹ ਮੰਗ ਕੇ ਲੈ ਕੇ ਆਇਆ ਹਾਂ। ਪਾਵੋ ਬਹੁ ਕਲਿਆਣ ਕੋ। ਇਸ ਤਰ੍ਹਾਂ ਇਹਨੂੰ ਛਕ ਕਰਕੇ ਸਾਰੇ ਹੀ ਕਲਿਆਣ ਜਿਹੜੇ ਆ ਨਾ ਮੁਕਤੀ ਪਾ ਲਵਾਂਗੇ, ਮੁਕਤ ਹੋ ਜਾਵਾਂਗੇ। ਹੋਏ ਹੈ ਮਨ ਭਾਉ। ਔਰ ਇਸ ਤਰ੍ਹਾਂ ਮਨ ਦੇ ਅੰਦਰ ਭਾਉ ਜਿਹੜਾ ਹੈ ਪ੍ਰੇਮ ਉਤਪਨ ਹੋ ਆਵੇਗਾ। ਇਮ ਕਹਿ ਜਵੈ ਪ੍ਰਸਾਦ ਤੇ। ਔਰ ਜਿਸ ਤਰ੍ਹਾਂ ਜਦੋਂ ਇਸ ਤਰ੍ਹਾਂ ਕਹਿ ਕੇ ਜਦੋਂ ਪ੍ਰਸ਼ਾਦ ਨੂੰ ਉਤਰਾਏ ਰੁਮਾਲਾ। ਜਦੋਂ ਰੁਮਾਲ ਨੂੰ ਉਤਾਰਨਾ ਕੀਤਾ ਛਕਣ ਵਾਸਤੇ ਸਾਰਿਆਂ ਦੀ ਤਿਆਰੀ ਹੋ ਗਈ। ਮਾਤਲ ਜੈਤੋ ਕਾਤਬੈ। ਤੇ ਉਸ ਵੇਲੇ ਦਾ ਜੈਤੋ ਵਾਲਾ ਮਾਮਾ ਜਿਹੜਾ ਸੀ ਨਾ, ਉਹਨੇ ਦੇਖਿਆ, ਕਹਿਣ ਲੱਗਾ ਕਮਾਲ ਦੀ ਗੱਲ ਏ, ਤੇ ਇਹ ਹੁਣ ਭੋਜਨ ਛਕ ਲੈਣਗੇ ਇਹਦਾ, ਗੁਰੂ ਦਾ, ਤੇ ਕਿਉਂ ਨਾ ਇਹਨਾਂ ਦੇ ਅੰਦਰ ਤਰਕ ਪੈਦਾ ਕਰਾਂ। ਕਹੇ ਸਭ ਸਮਝਾਏ। ਤੇ ਸਾਰਿਆਂ ਨੂੰ ਉਸ ਵੇਲੇ ਸਮਝਾਉਣ ਲੱਗਾ। ਅੱਗੇ ਸੁਲਤਾਨ ਕੋ। ਕਹਿੰਦਾ ਤੁਹਾਨੂੰ ਨਹੀਂ ਪਤਾ ਤੁਸੀਂ ਇਸ ਗੁਰੂ ਦਾ ਸੀਤ ਪ੍ਰਸ਼ਾਦ ਛਕੋਗੇ, ਅਸੀਂ ਤਾਂ ਗੁੱਗੇ ਨੂੰ ਮੰਨਣ ਵਾਲਾ ਆ ਮੈਂ, ਤੇ ਜੇ ਕੁਝ ਖਾ ਲਿਆ ਪੀ ਲਿਆ ਤੇ ਸੁਲਤਾਨੀਏ ਨੂੰ ਮੰਨਦੇ ਆ, ਜਿਹਨੂੰ ਲਾਲਾ ਵਾਲਾ ਕਹਿੰਦੇ ਅਸੀਂ ਉਹਨੂੰ ਮੰਨਦੇ ਹਾਂ। ਪੂਜਿਆ ਹੈ ਮਨ ਭਾਈ। ਤੇ ਮੈਂ ਉਹਨੂੰ ਬੜੇ ਮਨ ਭਾਉਂਦੇ ਨਾਲ ਪੂਜਦਾ, ਪ੍ਰੇਮ ਨਾਲ। ਕ੍ਰੋਧਿਤ ਹੈ ਇਸ ਅਚੇ ਤੇ। ਤੇ ਜੇ ਆਪਾਂ ਇਹ ਭੋਜਨ ਛਕ ਲਿਆ ਤੇ ਉਹ ਫਿਰ ਕ੍ਰੋਧਿਤ ਹੋ ਜਾਵੇਗਾ, ਆਪਣੇ ਤੇ ਗੁੱਸੇ ਹੋ ਜਾਣਗੇ ਇਹ। ਧਨ ਧਾਮ ਵਿਨਾਸ਼ਾ। ਤੇ ਜੇ ਉਹ ਗੁੱਸੇ ਹੋ ਗਏ, ਆਪਣਾ ਧਨ ਜਿਹੜੀ ਦੌਲਤ ਤੇ ਧਾਮ ਘਰ ਸਭ ਨਾਸ਼ ਕਰ ਦੇਣਗੇ। ਹਮਰੇ ਪੀਰ ਕਦੀਮ ਕੇ। ਤੇ ਉਹ ਸਾਡੇ ਪੀਰ ਜਿਹੜੇ ਆ ਪੁਸ਼ਤਾਂ ਤੋਂ ਹਨ। ਪੂਰਤ ਸਭ ਆਸਾ। ਤੇ ਦੇਖੋ ਅਸੀਂ ਸਾਰੀਆਂ ਸਾਡੀਆਂ ਇੱਛਾਵਾਂ ਉਹ ਪੀਰ ਪੂਰੀਆਂ ਕਰਦੇ ਜਦੋਂ ਵੀ ਮੈਂ ਕੁਝ ਉਹਨਾਂ ਨੂੰ ਕਹਿਣਾ ਹਾਂ। ਚਿੰਤਾ ਬਹੁਤ ਸ਼ਮੀਰ ਕੇ। ਇਸ ਤਰ੍ਹਾਂ ਸ਼ਮੀਰ ਦੇ ਮਨ ਅੰਦਰ ਚਿੰਤਾ, ਕਮਾਲ ਹੋ ਗਈ ਇਹ ਮਾਮੇ ਨੇ ਪਹਿਲਾਂ ਰਾਜ ਨਹੀਂ ਲੈਣ ਦਿੱਤਾ, ਗੁਰੂ ਦੇਣਾ ਚਾਹੁੰਦੇ ਨੇ, ਅੱਜ ਸਤਿਗੁਰੂ ਕਲਿਆਣ ਕਰਨੀ ਚਾਹੁੰਦੇ ਨੇ, ਤੇ ਸਾਨੂੰ ਸੀਤ ਪ੍ਰਸ਼ਾਦ ਦਿੱਤਾ ਹੈ, ਮਾਮੇ ਨੇ ਫਿਰ ਪੰਗਾ ਸਹਿੜ ਦਿੱਤਾ। ਤਿਸ ਛਿਨ ਹੋਏ ਆਈ। ਤੇ ਉਸ ਵੇਲੇ ਬਹੁਤ ਚਿੰਤਾ ਜਿਹੜੀ ਇਹ ਗੱਲਾਂ ਸੁਣ ਕੇ ਸ਼ਮੀਰ ਦੇ ਮਨ ਵਿੱਚ ਉਪਜੀ ਹੈ। ਗੁਰ ਤੇ ਆਨਿਓ ਜਾਚ ਮੈਂ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਮੰਗ ਕੇ ਭੋਜਨ ਲਿਆ ਹੈ। ਇਸ ਤਰਕ ਉਠਾਈ। ਤੇ ਮੇਰੇ ਮਾਮੇ ਨੇ ਤੇ ਤਰਕ ਖੜੀ ਕਰ ਦਿੱਤੀ ਹੈ। ਵੱਡੇ ਭਾਗ ਤੇ ਪ੍ਰਾਪਤੀ। ਤੇ ਤਾਂ ਵੱਡੇ ਭਾਗਾਂ ਦੇ ਨਾਲ ਇਹਦੀ ਪ੍ਰਾਪਤੀ ਹੋਣਾ ਕੀਤੀ। ਪਾਰਸ ਜਿਮ ਰੰਕਾ। ਔਰ ਜਿਵੇਂ ਕਿਸੇ ਕੰਗਾਲ ਨੂੰ ਜਿਹਦੇ ਘਰ ਵਿੱਚ ਕੁਝ ਵੀ ਨਾ ਹੋਵੇ, ਉਹਨੂੰ ਪਾਰਸ ਮਿਲ ਜਾਵੇ ਸੋਨਾ ਬਣਾਉਣ ਵਾਲਾ। ਮਹਿ ਮਾਤੁ ਸਮਝੈ। ਤੇ ਸਾਡਾ ਮਾਮਾ ਜਿਹੜਾ ਹੈ ਨਾ, ਇਹ ਮਨ ਵਿੱਚ ਨਹੀਂ ਗੁਰੂ ਕੀ ਬਖਸ਼ਿਸ਼ ਨੂੰ ਸਮਝਦਾ, ਗੁਰੂ ਕੀਆਂ ਬਖਸ਼ਿਸ਼ਾਂ ਕਿਤੇ ਐਵੇਂ ਨਹੀਂ ਮਿਲਿਆ ਕਰਦੀਆਂ। ਆਨਤ ਕੁਛ ਸ਼ੰਕਾ। ਇਸ ਕਰਕੇ ਸਾਡਾ ਮਾਮਾ ਜਿਹੜਾ ਸ਼ੰਕਾ ਪੈਦਾ ਕਰਦਾ, ਸ਼ੱਕ ਪੈਦਾ ਕਰਦਾ ਮਨ ਵਿੱਚ। ਕਹੇ ਲਖਮੀਰ ਸ਼ਬੀਰ ਕੋ। ਉਸ ਵੇਲੇ ਲਖਮੀਰ ਤੇ ਸ਼ਮੀਰ ਨੂੰ ਜੇ ਕਰੋ ਨਾ ਖਾਨੀ। ਉਸ ਵੇਲੇ ਲਖਮੀਰ ਜਿਹੜਾ ਸੀ ਨਾ, ਆਪਣੇ ਵੱਡੇ ਭਰਾ ਸ਼ਮੀਰ ਨੂੰ ਕਹਿਣ ਲੱਗਾ, ਜੇ ਆਪਾਂ ਇਹ ਭੋਜਨ ਨਾ ਖਾਦਾ, ਖਾਣ ਅਵਣੀ ਮਹਿ ਗਾਟ ਦੇਹੋ। ਕਹਿਣ ਲੱਗੇ ਇਹਦੀ ਬੇਅਦਬੀ ਨਾ ਹੋਵੇ, ਫਿਰ ਧਰਤੀ ਵਿੱਚ ਪੁੱਟ ਕੇ ਨਾ, ਇਸ ਧਰਤੀ ਵਿੱਚ ਟੋਆ ਪੁੱਟ ਕੇ ਗੁਰੂ ਦਾ ਸੀਤ ਪ੍ਰਸ਼ਾਦ ਧਰਤੀ ਵਿੱਚ ਤਪ ਦੇਵੋ। ਨਾ ਸਕੈ ਪਛਾਨੇ। ਤੇ ਕੋਈ ਵੀ ਜਿਹੜਾ ਪਛਾਣ ਨਹੀਂ ਸਕੇਗਾ ਗੁਰੂ ਸਾਹਿਬ ਨੂੰ,
ਜਿਹੜਾ ਇਹ ਨਾ ਹੋਏਗਾ ਕਿ ਉਹਦੀ ਬੇਅਦਬੀ ਕੀਤੀ ਹੈ। ਉਤ ਗੁਰ ਰਹਿ ਪ੍ਰਸੰਨ ਹੈ। ਤੇ ਉਧਰ ਸਤਿਗੁਰੂ ਮਹਾਰਾਜ ਪ੍ਰਸੰਨ ਰਹਿਣਗੇ, ਬਈ ਪ੍ਰਸ਼ਾਦ ਘਰੇ ਲੈ ਕੇ ਆਏ, ਕਿਸੇ ਪਾਸੇ ਨਹੀਂ ਗਿਆ। ਇਤ ਪੀਰ ਨਾ ਕੋਪੈ। ਇਧਰ ਮਾਮੇ ਦਾ ਜਿਹੜਾ ਪੀਰ ਏ, ਮਾਮਾ ਕਹਿੰਦਾ ਮੇਰੇ ਤੇ ਕ੍ਰੋਧਿਤ ਹੋ ਜਾਵੇਗਾ, ਉਹ ਨਾ ਹੋਵੇਗਾ, ਦੋਵੇਂ ਪਾਸੇ ਰਹਿ ਜਾਣਗੇ। ਆਸ ਮਸਲਤ ਕਰ ਪਰਸਪਰ। ਇਸ ਤਰ੍ਹਾਂ ਜਿਹੜੀ ਹੈ ਨਾ ਮਸਲਤ ਮਸ਼ਵਰਾ ਕਰਨਾ ਕੀਤਾ ਆਪਸ ਵਿੱਚ, ਚਾਹਤ ਇਸ ਲੋਪੈ। ਔਰ ਇਸ ਤਰ੍ਹਾਂ ਜਿਹੜੇ ਸਾਰੇ ਚਾਹੁੰਦੇ ਕਰਦੇ ਹਨ। ਬਸ ਨਾ ਚੱਲਿਓ ਸ਼ਮੀਰ ਕੋ। ਇਸ ਤਰ੍ਹਾਂ ਜਿਹੜਾ ਸ਼ਮੀਰ ਆ ਨਾ, ਉਹਦਾ ਕੋਈ ਵਸ ਨਹੀਂ ਚੱਲਿਆ। ਪਹਿਲਾ ਸਮਾਂ ਹੁੰਦਾ ਸੀ, ਜਿਹੜੇ ਬਜ਼ੁਰਗ ਵੱਡੇ ਕੋਈ ਗੱਲ ਕਹਿ ਦਿੰਦੇ ਸੀ ਨਾ, ਤੇ ਦੂਜੇ ਛੇਤੀ ਅੱਗੇ ਜਵਾਬ ਨਹੀਂ ਸੀ ਦਿੰਦੇ। ਉਹਦਾ ਨਿੱਕੇ ਨਿੱਕੇ ਬੱਚੇ ਕਹਿੰਦੇ ਤੈਨੂੰ ਬੜਾ ਪਤਾ, ਤੈਨੂੰ ਮੈਂ ਦੱਸਣਾ। ਉਦੋਂ ਇਹ ਗੱਲ ਨਹੀਂ ਸੀ। ਇਸ ਕਰਕੇ ਲਖਮੀਰ ਤੇ ਸ਼ਮੀਰ ਤਖਤ ਮੱਲ ਇਹਨਾਂ ਦਾ ਮਾਮਾ ਜਿਹੜਾ ਹੈ ਨਾ, ਸ਼ੁਰੂ ਬਚਪਨ ਤੋਂ ਰਹਿ ਕੇ ਇਹਨਾਂ ਦੇ ਨਾਲ ਕੇਅਰ ਕਰਦਾ ਰਿਹਾ ਹੈ, ਤੇ ਇਸ ਕਰਕੇ ਉਹ ਉਹਨੂੰ ਜਵਾਬ ਨਹੀਂ ਦੇ ਸਕੇ ਤੇ ਉਹਦੀ ਗੱਲ ਨੂੰ ਮੋੜ ਨਹੀਂ ਸਕੇ। ਤਾਂ ਉਹਦੇ ਭੁਲਝਾਵੇਂ ਦੇ ਵਿੱਚ ਆ ਗਏ ਨੇ, ਤੇ ਸ਼ਮੀਰ ਦੇ ਮਨ ਵਿੱਚ ਬਹੁਤ ਚਿੰਤਾ ਹੈ। ਮਾਤੁਲ ਵੱਡ ਕੋਟਾ। ਕਹਿਣ ਲੱਗਾ, ਸ਼ਮੀਰ ਨੇ ਜਾਣ ਲਿਆ ਸਾਡਾ ਮਾਮਾ ਖੋਟਾ ਆ, ਤੇ ਸਾਡੇ ਤੋਂ ਮਾੜਾ ਕੰਮ ਹੀ ਕਰਵਾਈ ਜਾਂਦਾ ਹੈ। ਗੁਰੂ ਕੁਝ ਦੇਣਾ ਚਾਹੁੰਦੇ, ਸਾਡੇ ਤੋਂ ਘਰੇ ਆਈ ਦਾਤ ਵਾਪਸ ਕਰਵਾਉਂਦਾ ਹੈ। ਮਹਾ ਪ੍ਰਸਾਦ ਨਾ ਅਚਨ ਦੇ। ਇਹ ਸਤਿਗੁਰੂ ਦਾ ਮਹਾਨਤਾ ਵਾਲਾ ਜਿਹੜਾ ਹੈ ਇਤਿਹਾਸ, ਜਿਹੜਾ ਪ੍ਰਸਾਦ ਆਦ ਭੋਜਨ ਸ਼ੀਤ ਪ੍ਰਸਾਦ ਹੈ ਨਾ, ਉਹ ਸ਼ਕਰ ਨਹੀਂ ਦਿੰਦਾ। ਵੱਡ ਕੀਨਸ ਟੋਟਾ। ਤੇ ਬਹੁਤ ਹੀ ਇਹਨੇ ਜਿਹੜਾ ਨਾ ਸਾਨੂੰ ਨਫਾ ਤਾਂ ਕੀ ਦੇਣਾ ਹੈ, ਇਹ ਤਾਂ ਸਾਨੂੰ ਘਾਟਾ ਪਾਉ ਬਣਿਆ ਹੋਇਆ ਹੈ। ਗਾੜ ਦੀਨ ਖਣ ਅਵਨ ਕੋ। ਔਰ ਇਸ ਤਰ੍ਹਾਂ ਮਨ ਦੇ ਅੰਦਰ ਸ਼ਮੀਰ ਸੋਚਦਾ, ਲੋਕ ਦੂਰੋਂ ਦੂਰੋਂ ਬਖਸ਼ਿਸ਼ਾਂ ਲੈਣ ਆਉਂਦੇ ਨੇ, ਸਾਡੇ ਘਰੇ ਸਤਿਗੁਰੂ ਉਤਰੇ ਹੋਏ, ਉਹ ਆਪ ਬਖਸ਼ਿਸ਼ਾਂ ਦਿੰਦੇ ਨੇ। ਮਾਮਾ ਸਾਡਾ ਪੰਜ ਪੀਰਾਂ ਤੋਂ ਡਰਦਾ ਹੋਇਆ, ਉਹਨਾਂ ਦੀ ਆੜ ਥੱਲੇ ਸਾਨੂੰ ਗੁਰੂ ਕੀ ਬਖਸ਼ਿਸ਼ ਨਹੀਂ ਲੈਣ ਦਿੰਦੇ। ਹੁਣ ਇਹਨਾਂ ਨੇ ਕੀ ਕੀਤਾ, ਧਰਤੀ ਪੁੱਟ ਕੇ ਉਹਦੇ ਵਿੱਚੋਂ ਭੋਜਨ ਟੂਆ ਪੱਟ ਕੇ ਉਹਦੇ ਵਿੱਚ ਗੱਡ ਦਿੱਤਾ, ਦੱਬ ਦਿੱਤਾ, ਨਾ ਹੈ ਕਿਨਹੂ ਖਾਇਓ। ਤੇ ਕਿਸੇ ਨੇ ਵੀ ਉਹ ਭੋਜਨ ਛਕਿਆ ਨਾ। ਪਰਾ ਰਬਤ ਬਿਨ ਕਿਤ ਕਹੂੰ। ਔਰ ਕਵੀ ਜੀ ਕਹਿੰਦੇ, ਦੱਸੋ ਪਰਾ ਲਬਦ ਤੋਂ ਬਗੈਰ ਕੀ ਕਹਿਣਾ ਕਰੀਏ। ਕਿਸ ਤੇ ਕਿਨ ਪਾਇਓ। ਔਰ ਕਿਸ ਤੇ ਕਿੰਨੇ ਪਾਇਆ, ਜਿੰਨਾ ਚਿਰ ਔਰ ਭਾਗਾਂ ਵਿੱਚ ਨਾ ਹੋਵੇ ਨੇ ਵਸਤੂ, ਭਾਗ ਸਵਲੜੇ ਨਾ ਹੋਣ, ਉਹਨਾਂ ਚਿਰ ਕਿਸੇ ਨੂੰ ਪ੍ਰਾਪਤ ਨਹੀਂ ਜੇ ਹੋਣਾ ਕਰਦੀ। ਉਹਨਾਂ ਚਿਰ ਵਿੱਚ ਕੋਈ ਆ ਕੇ ਇਹਦੇ ਮਾਮੇ ਦੀ ਤਰ੍ਹਾਂ ਟੱਚਰ ਪੱਚੂ ਲਾ ਹੀ ਦਿੰਦਾ ਹੈ, ਬਈ ਇਹ ਪ੍ਰਾਪਤ ਨਾ ਹੀ ਹੋਵੇ। ਸੁਪਤ ਹੋਏ ਕਰ ਜਾਮਨੀ। ਇਸ ਤਰ੍ਹਾਂ ਰਾਤ ਨੂੰ ਫਿਰ ਇਹਨਾਂ ਨੇ ਸਾਰਾ ਕੁਝ ਇਉਂ ਦੱਬ ਕੇ ਭੋਜਨ ਜਿਹੜਾ ਇੱਥੇ ਸੌਂ ਗਏ। ਉੱਠ ਆਏ ਪ੍ਰਭਾਤੀ। ਤੇ ਜਦੋਂ ਦਿਨ ਚੜਿਆ ਤੇ ਸ਼ਮੀਰ ਰੋਜ਼ ਦੀ ਤਰ੍ਹਾਂ ਆਪਣੀ ਕਿਰਿਆ ਸੋਧ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਗਿਆ। ਹਾਥ ਜੋੜ ਬੰਧਨ ਧਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਮੀਰ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਧਰਕਤ ਜਿਸ ਛਾਤੀ। ਤੇ ਜਿਹਦਾ ਦਿਲ ਅੰਦਰੋਂ ਠੱਕ ਠੱਕ ਪਿਆ ਵੱਜਦਾ ਹੈ ਕਿ ਮਹਾਰਾਜ ਨੇ ਜੇ ਪੁੱਛ ਲਿਆ ਤੇ ਮੈਂ ਜਵਾਬ ਕੀ ਦੇਵਾਂਗਾ। ਸ਼੍ਰੀ ਮੁਖ ਤੇ ਪੂਜਨ ਕਰਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛ ਲਿਆ। ਕਹਿਣ ਲੱਗੇ, ਸ਼ਮੀਰ ਰਾਤ ਪ੍ਰਸੀਦ ਪ੍ਰਸ਼ਾਦ ਲੈ ਕੇ ਗਿਆ ਸਾਂ, ਉਹ ਛਕਿਆ ਹੈ ਜੇ ਕਿ ਨਹੀਂ ਛਕਿਆ। ਇਹ ਮਹਾ ਪ੍ਰਸਾਦਾ। ਮਹਾਰਾਜ ਕਹਿੰਦੇ, ਜਿਹੜਾ ਮਹਾਨ ਪ੍ਰਸ਼ਾਦ ਤੈਨੂੰ ਦਿੱਤਾ ਸੀ, ਅਚਵਨ ਕਰਿਓ ਕਿ ਨਾ ਤੇ। ਔਰ ਸ਼ਮੀਰ ਦਾਸ ਨੂੰ ਅਚਵਨ ਕੀਤਾ, ਛਕਣਾ ਕੀਤਾ ਜੇ ਕਿ ਨਹੀਂ ਛਕਿਆ ਤੁਸਾਂ। ਦਾਨੀ ਅਹਲਾਦਾ। ਔਰ ਇਸ ਤਰ੍ਹਾਂ ਪ੍ਰੇਮ ਦੇ ਨਾਲ ਜਿਹੜਾ ਉਹ ਪ੍ਰਸ਼ਾਦ ਸੀ ਨਾ, ਉਹ ਖੁਸ਼ੀਆਂ ਦੇ ਭੰਡਾਰੇ ਦੇਣ ਵਾਲਾ ਤੁਹਾਨੂੰ ਦੇ ਬਖਸ਼ਿਆ ਸੀ। ਤਬ ਸ਼ਮੀਰ ਬਿਨ ਧੀਰ ਹੋਇਆ। ਉਸ ਵੇਲੇ ਜਿਹੜਾ ਸੀ ਨਾ ਸ਼ਮੀਰ, ਬਿਨਾਂ ਧੀਰਜ ਤੋਂ, ਬਿਨਾਂ ਹੌਸਲਾ ਧਾਰੇ ਤੋਂ ਔਰ ਤੀਰ ਉਚਾਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬਚਨ ਕਹਿਣ ਲੱਗਾ, ਜੈਤੋ ਕਾ ਮਾਤੁਲ ਹੈ। ਹੇ ਸਤਿਗੁਰੂ ਮਹਾਰਾਜ, ਸਾਡਾ ਤਾਂ ਇੱਕ ਮਾਮਾ ਹੈ ਜੈਤੋ ਦੇ ਰਹਿਣ ਵਾਲਾ। ਇਨ ਸਭ ਹਟਕਾਰੇ। ਉਹਨੇ ਮਹਾਰਾਜ ਸਾਨੂੰ ਸਾਰੇ ਪਾਸੇ ਹੀ ਰੱਖ ਦਿੱਤਾ, ਉਹਨੇ ਸਾਨੂੰ ਸਾਰਿਆਂ ਨੂੰ ਰੋਕ ਦਿੱਤਾ। ਨਹਿ ਪ੍ਰਸਾਦ ਅਸ਼ਕਲ। ਔਰ ਉਹਨਾਂ ਨੇ ਸਾਨੂੰ ਜਿਹੜਾ ਨਾ ਪ੍ਰਸਾਦ ਜਿਹੜਾ ਹੈ ਔਰ ਅਚਵਨ ਨਹੀਂ ਦੇਣਾ ਕੀਤਾ, ਉਹਨੇ ਸ਼ਕਨ ਨਹੀਂ ਦਿੱਤਾ। ਰਿਸ ਪੀਰ ਉਪਾਵੈ। ਤੇ ਕਹਿਣ ਲੱਗਾ, ਬਈ ਇਹ ਤਾਂ ਬਹੁਤ ਹੀ ਰਿਸ ਜਿਹੜਾ ਹੈ, ਪੀਰ ਸਾਡਾ ਗੁੱਸੇ ਹੋ ਜਾਵੇਗਾ। ਸਦਨ ਵਿਖੈ ਧਨ ਧਾਨ ਗਣ। ਔਰ ਸਾਡੇ ਮਾਮੇ ਨੇ ਕਿਹਾ, ਜਿਹੜਾ ਆਪਣੇ ਘਰ ਦੇ ਵਿੱਚ ਧਨ ਤੇ ਘਰ ਹਨ, ਜੁਤ ਮਾਲ ਖਪਾਵੈ। ਤੇ ਮਾਲ ਡੰਗਰ ਸਾਰੇ ਪੀਰ ਜਿਹੜਾ ਹੈ ਉਹਨਾਂ ਨੂੰ ਖਪਾ ਦੇਵੇਗਾ, ਨਾਸ਼ ਕਰ ਦੇਵੇਗਾ ਜੇ ਅਸੀਂ ਇਹ ਪ੍ਰਸਾਦ ਛਕ ਲਿਆ।
लेकर थार प्रसाद को ਇਸ ਤਰ੍ਹਾਂ ਮਹਾਰਾਜ ਫਿਰ ਉਹ ਜਿਹੜਾ ਪ੍ਰਸ਼ਾਦ ਦਾ ਥਾਲਾ ਸੀ ਅਸੀਂ ਲੈ ਕੇ विच धरा दवायो ਮਹਾਰਾਜ ਉਹ ਧਰਤੀ ਦੇ ਵਿੱਚ ਅਸੀਂ ਦੱਬ ਦੇਣਾ ਕੀਤਾ ਹੈ। ਸਾਰਾ ਪ੍ਰਸ਼ਾਦ ਤੁਹਾਡਾ ਬਚਿਆ ਹੋਇਆ। बिना भने जानो प्रभु ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਨਾ ਭਣੇ ਜਾਨੋ ਪ੍ਰਭੂ, ਇਹ ਜਿਹੜਾ ਸੀ ਨਾ ਸ਼ਮੀਰ ਕਹਿਣ ਲੱਗਾ ਮਹਾਰਾਜ ਤੁਸੀਂ ਤਾਂ ਬਿਨਾ ਦੱਸਿਆ ਹੀ ਸਭ ਕੁਝ ਜਾਣਨ ਵਾਲੇ ਹੋ ਅੰਦਰ ਦੀਆਂ। मैं साच अलायो ਮਹਾਰਾਜ ਮੈਂ ਸੱਚ ਉਲਾਇਆ, ਮੈਨੂੰ ਪਤਾ ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਮੈਂ ਲੁਕਾਇਆ ਕੁਝ ਨਹੀਂ, ਜਿਵੇਂ ਸਭ ਕੁਝ ਹੋਇਆ ਤੁਹਾਨੂੰ ਦੱਸ ਦਿੱਤਾ। सुन सतगुर बोले तबै ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਮੀਰ ਤੋਂ ਸੁਣ ਕੇ ਕਹਿਣ ਲੱਗੇ ਧਰਨੀ ਬਰੂ ਸਾਈ ਕਹਿਣ ਲੱਗੇ ਸਜਣੋ ਨੇ ਤੇ ਤੁਸੀਂ ਛਕ ਲੈਂਦੇ ਨਾ, ਤੁਸੀਂ ਵਰਸਾਏ ਜਾਂਦੇ, ਪ੍ਰਫੁੱਲਤ ਹੋ ਜਾਂਦੇ ਔਰ ਬੜੀਆਂ ਖੁਸ਼ੀਆਂ ਪ੍ਰਾਪਤ ਕਰਦੇ। ਹੁਣ ਇਹ ਧਰਤੀ ਦੇ ਵਿੱਚ ਤੁਸੀਂ ਦੱਬ ਦਿੱਤਾ, ਧਰਤੀ ਵਰਸਾਈ ਗਈ ਏ ਇਹ ਜਿਹੜੀ, ਔਰ ਧਰਤੀ ਭਾਗਾਂ ਵਾਲੀ ਹੋ ਗਈ। ਤੁਮਕੋ ਨਹਿ ਪ੍ਰਾਪਤ ਭਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਖੁਸ਼ੀਆਂ ਤੁਹਾਨੂੰ ਪ੍ਰਾਪਤ ਨਹੀਂ ਹੋਈਆਂ ਜਿਹੜੀਆਂ ਇਸ ਧਰਤੀ ਨੂੰ ਹੋ ਗਈਆਂ। ਤਿਨ ਮੂੜ ਗਵਾਈ ਤੇ ਤੁਹਾਡੇ ਮੂਰਖ ਮਾਮੇ ਨੇ ਕਹਿ ਕੇ ਉਹ ਬਖਸ਼ਿਸ਼ਾਂ ਜਿਹੜੀਆਂ ਗਵਾ ਦਿੱਤੀਆਂ। ਅਦਬ ਨ ਕੀਨੋ ਅੰਨ ਕੋ ਕਹਿ ਲੱਗੇ ਤੁਸੀਂ ਜਿਹੜਾ ਸੀ ਨਾ ਇੱਕ ਸਮਾਂ ਐਸਾ ਆਇਆ, ਕਹਿੰਦੇ ਜਿਹੜਾ ਹੈ ਨਾ ਅੰਨ ਦਾ ਮਹਾਰਾਜ ਕਹਿੰਦੇ ਨਰਾਦਰ ਨਹੀਂ ਅਨਾਜ ਦਾ ਕਰਨਾ ਚਾਹੀਦਾ। ਕਈ ਵੇਰ ਕਿਤੇ ਤੁਰੇ ਜਾਈਏ ਜਾਂ ਘਰ ਚ ਹੋਵੇ ਨਾ ਪ੍ਰਸ਼ਾਦਾ ਥੱਲੇ ਪਿਆ ਹੁੰਦਾ ਤੇ ਕਈ ਵਾਰ ਉਹਦੇ ਤੇ ਪੈਰ ਰੱਖ ਕੇ ਗਾਂ ਤੁਰੇ ਜਾਈਦਾ ਤੇ ਜਾਂ ਹੁੰਦਾ ਵੀ ਬੌਕਰ ਨਾਲ ਹੁੰਦੇ ਤੇ ਕੂੜੇ ਵਿੱਚ ਗਾਂ ਦੀ ਗਾਂ ਤੁਰਿਆ ਜਾਵੇ। ਐਸਾ ਨਹੀਂ ਕਰਨਾ ਚਾਹੀਦਾ। ਜਰਾ ਕੁ ਧਿਆਨ ਦੇ ਕੇ ਇਸ ਨੂੰ ਸੁਣਿਆ ਜੇ। ਕਹਿੰਦੇ ਕਿ ਅਦਬ ਨਾ ਕੀਨੋ ਅੰਨ ਦਾ, ਅਨਾਜ ਦਾ ਜਦੋਂ ਅਦਬ ਸਤਕਾਰ ਨਾ ਹੋਇਆ ਉਹਦਾ ਨਰਾਦਰ ਹੋਣ ਲੱਗ ਪਿਆ। ਤੁਮ ਬੁਰਾ ਕਮਾਇਓ ਤੇ ਫਿਰ ਮਹਾਰਾਜ ਸਾਹਿਬ ਕਹਿੰਦੇ ਤੁਸੀਂ ਇਹ ਬੁਰਾ ਕਰਨਾ ਕੀਤਾ। ਤਬੈ ਪਰੈ ਦੁਰਭਿਸ਼ ਬਹੁ ਔਰ ਮਹਾਰਾਜ ਸਾਹਿਬ ਕਹਿੰਦੇ ਇੱਕ ਸਮਾਂ ਆਇਆ ਸੀ ਕਿ ਅੰਨ ਦਾ ਅਨਾਜ ਨਾ ਹੋਇਆ, ਕਿਉਂਕਿ ਮਹਾਰਾਜ ਨੇ ਕਿਹਾ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਇਹ ਦੇਵਤੇ ਹੀ ਆ, ਇਹਦਾ ਨਿਰਾਦਰ ਨਾ ਕਰੋ। ਉਸ ਦਾਤੇ ਨੇ ਦਾਤ ਬਖਸ਼ੀ ਹੋਈ ਆ, ਉਹਦੀ ਦਾਤ ਦਾ ਜਿਹੜਾ ਨਿਰਾਦਰ ਕਰੇ ਤੇ ਦਾਤਾ ਕਦੋਂ ਤੇ ਖੁਸ਼ੀ ਬਖਸ਼ਿਸ਼ ਕਰਦਾ ਹੈ। ਤੇ ਔਰ ਮਹਾਰਾਜ ਕਹਿੰਦੇ ਜਦੋਂ ਅੰਨ ਅਨਾਜ ਦਾ ਨਿਰਾਦਰ ਹੋਇਆ ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਉਹਨਾਂ ਬੁਰਾ ਕਮਾਇਆ, ਬੁਰਾ ਹੋਇਆ ਤੇ ਤਬੇ ਪਰੈ ਦੁਰਭਿਸ਼ ਬਹੁ। ਕਹਿੰਦੇ ਫਿਰ ਜਦੋਂ ਅੰਨ ਦਾ ਨਿਰਾਦਰ ਹੋਣ ਲੱਗ ਪਏ ਨਾ ਫਿਰ ਕਾਲ ਪੈ ਜਾਂਦਾ ਹੈ ਔਰ ਮਾੜੇ ਸਮੇਂ ਆਉਣ ਲੱਗ ਪਏ, ਫਸਲਾਂ ਮਾਰੀਆਂ ਜਾਣੀਆਂ, ਫਸਲਾਂ ਦਾ ਨਾ ਹੋਣਾ, ਅੰਨ ਅਨਾਜ ਨਾ ਹੋਣਾ, ਪਾਣੀ ਥੁੜ ਜਾਣਾ ਆਦ ਇਹੋ ਜਿਹੇ ਜਿਹੜੀ ਮਹਾਮਾਰੀ ਕੋਈ ਆ ਜਾਣੀ, ਇਹੋ ਜਿਹੇ ਉਪੱਤਰਵ ਜਿਹੜੇ ਉਪਜ ਪੈਂਦੇ ਹਨ। ਜੇ ਅਦਬ ਗਵਾਇਓ ਤੇ ਜਿੰਨੇ ਫਿਰ ਇਹ ਅਦਬ ਸਤਕਾਰ ਗਵਾਉਣਾ ਕੀਤਾ ਸੀ ਹੁਣ ਉਹਦੀ ਗੱਲ ਦੱਸਦੇ ਨੇ। ਭਦਰ ਸੈਨ ਨਿਪ ਪਥਮ ਭਾ ਔਰ ਮਹਾਰਾਜ ਸਾਹਿਬ ਕਹਿੰਦੇ ਇੱਕ ਨਾ ਭੱਦਰ ਸੈਨ ਰਾਜਾ ਹੋਇਆ। ਭੱਦਰ ਸੈਨ ਰਾਜਾ ਆਪਾਂ ਨੂੰ ਪਤਾ ਹੈ ਨਾ ਜਿਹਦੇ ਨਾਂ ਤੇ ਭਦੌੜ ਬੱਧਾ ਹੈ। ਤੇ ਇਹ ਪਧਾਵਰ ਦੇਸ਼ ਦੇ ਇਲਾਕੇ ਦੇ ਵਿੱਚੋਂ ਲੋਕ ਆਏ ਹੋਏ ਸਨ। ਪਧਾਵਰ ਤੋਂ ਆਏ ਹੋਏ ਉਹਨਾਂ ਤੋਂ ਜਿਹੜਾ ਮੋਹਰੀ ਸੀ ਉਹਦਾ ਨਾਮ ਭੱਦਰ ਸੈਨ। ਭੱਦਰ ਸੈਨ ਨੇ ਆਣ ਕੇ ਆ ਰਾਜਧਾਨੀ ਆਪਣੇ ਨਾਂ ਤੇ ਇੱਥੇ ਕਾਇਮ ਕੀਤੀ ਸੀ। ਬੜਾ ਸਮਾਂ ਪਹਿਲਾਂ ਦੀ ਇਹ ਵਾਰਤਾ ਹੈ। ਤੇ ਉਹ ਭੱਦਰ ਸੈਨ ਜਿਹੜਾ ਸੀ ਉਹਦੇ ਬਾਰੇ ਦੱਸਦੇ ਨੇ, ਕਹਿੰਦੇ ਇੱਕ ਰਾਜਾ ਭੱਦਰ ਸੈਨ ਹੋਣਾ ਕੀਤਾ ਸੀ ਜਿਹੜਾ ਪਹਿਲਾਂ ਇਨ ਕੀ ਅਪਮਾਨਾ ਤੇ ਕਹਿੰਦੇ ਉਹਨੇ ਅਨਾਜ ਦਾ ਅਪਮਾਨ ਕੀਤਾ ਸੀ। ਉਹਨੇ ਰਾਜਧਾਨੀ ਤਾਂ ਇੱਥੇ ਕਾਇਮ ਕਰ ਲਈ ਸੀ ਆਪਣੀ, ਪਰ ਉਹਦਾ ਰਾਜ ਗਿਆ ਕਿੱਥੇ? ਪਿਛੋਕੜ ਕੋਈ ਲੱਭਦਾ ਸਵਾਏ ਇੱਥੇ ਉਹਦੇ ਨਾਂ ਤੋਂ ਕੁਝ ਨਹੀਂ ਨਾ ਲੱਭਦਾ। ਉਹ ਗਿਆ ਕਿੱਧਰ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹਦੇ ਰਾਜ ਵਿੱਚ ਅੰਨ ਅਨਾਜ ਬਹੁਤਾ ਸੀ ਤੇ ਨਰਾਦਰ ਅੰਨ ਅਨਾਜ ਦਾ ਜਦੋਂ ਹੋਣਾ ਕੀਤਾ ਜੜ ਗਇਓ ਇਹ ਦੇਸ਼ ਸਭ। ਔਰ ਕਹਿੰਦੇ ਸਾਰਾ ਇਲਾਕਾ ਨਾ ਭੱਦਰ ਸੈਨ ਦੇ ਮਾਤ ਹਿੱਤ ਸੀ। ਮਹਾਰਾਜ ਕਹਿੰਦੇ ਸਾਰੇ ਦਾ ਸਾਰਾ ਫਿਰ ਉੱਜੜ ਗਿਆ, ਕੱਖ ਨਾ ਰਿਹਾ। ਜਦੋਂ ਅੰਨ ਦੀ ਉਹਨੇ ਕਦਰ ਨਾ ਕੀਤੀ, ਸਤਕਾਰ ਨਾ ਕੀਤਾ, ਸਭ ਕੁਝ ਉਜੜ ਗਿਆ, ਉਹਦਾ ਉਜਾੜਾ ਹੋ ਗਿਆ। ਜੰਗਲ ਅਬ ਜਾਨਾ ਤੇ ਕਹਿਣ ਲੱਗੇ ਫਿਰ ਸਾਰਾ ਜੰਗਲ ਦਾ ਇਲਾਕਾ ਹੀ ਬਣ ਗਿਆ। ਜੰਗਲ ਹੀ ਜੰਗਲ ਬਣ ਜਾਣਾ ਕੀਤਾ ਭੱਦਰ ਸੈਨ ਦੀ ਜਿੰਨੀ ਇਹ ਜਗ੍ਹਾ ਸੀ। ਚਲਤ ਹੁਤੀ ਦਵਾਇ ਨਦੀ ਤਾਪ ਤੇ ਭੱਦਰ ਸੈਨ ਦੇ ਸਮੇਂ ਕਹਿੰਦੇ ਦੋ ਨਦੀਆਂ ਚੱਲਦੀਆਂ ਹੁੰਦੀਆਂ ਸਨ। ਪਟਲੀ ਸਭ ਚਿਰਤਾ ਔਰ ਇੱਕ ਪਟਲੀ ਚੱਲਦੀ ਸੀ। ਪਟਲੀ ਨਦੀ ਜਿਹੜੀ ਆ ਨਾ
ਤੇ ਇੱਕ ਚਿਤਰਾ ਨਾਮ ਦੀ ਨਦੀ ਚੱਲਦੀ ਹੁੰਦੀ ਸੀ, ਜਿਹੜੀ ਭਟਲੀ ਨਦੀ ਆ ਨਾ, ਔਰ ਉਹਨੂੰ ਕਿਹਾ ਕਰਦੇ ਸਨ ਕਿ ਉਹ ਜਿਹੜਾ ਬਠਿੰਡੇ ਵਾਲਾ ਕਿਲਾ ਉਹਦੇ ਨਾਲ ਦੀ ਵੀ ਆਉਂਦੀ ਸੀ। ਤੇ ਔਰ ਬਠਿੰਡੇ ਦੇ ਕੋਲ ਦੀ ਹੁੰਦਿਆਂ ਇਹ ਨਦੀ ਆਉਂਦੀ ਸੀ। ਕਵੀ ਜੀ ਨੇ ਜੋ ਇਹ ਬਚਨ ਕਹਾਇਆ, ਉਹਦੇ ਡਾਕਟਰ ਭਾਈ ਵੀਰ ਸਿੰਘ ਨੇ ਥੱਲੇ ਟੂਕਾਂ ਵੀ ਦਿੱਤੀਆਂ ਹੋਈਆਂ ਨੇ ਕਿ ਉਹ ਚਲਦੀ ਚਲਦੀ ਇਧਰ ਨੂੰ ਆਉਂਦੀ ਹੁੰਦੀ ਸੀ। ਜਿਹੜੀ ਚਿਤਰਾ ਸੀ ਉਹ ਦੂਜੇ ਇਲਾਕਿਆਂ ਚੋਂ ਵਹਿੰਦੀ ਹੁੰਦੀ ਸੀ ਤੇ ਇਹ ਫਿਰੋਜ਼ਪੁਰ ਦੇ ਇਲਾਕੇ ਆਦੇ ਇਧਰ ਦੀ ਵਹਿੰਦੀ ਸੀ ਚਿਤਰਾ ਨਦੀ ਜਿਹੜੀ ਆ। ਤੇ ਕਹਿੰਦੇ ਨੇ ਕਿ ਇਹ ਚੱਲਦਿਆਂ ਹੋਇਆਂ ਕੁਝ ਸਮਾਂ ਬਸਰ ਹੋਇਆ ਕਿ ਇਹ ਕਵੀ ਜੀ ਨੇ ਦੱਸਣਾ ਕੀਤਾ ਕਿ ਇਹ ਵਾਕ ਸਤਿਗੁਰੂ ਜੀ ਦੇ 1761 ਦੇ ਲਗਭਗ ਦੇ ਹਨ ਕਿ ਜਦੋਂ ਸਤਿਗੁਰੂ ਮਹਾਰਾਜ ਨੇ ਬਚਨ ਕਹੇ। ਕਹਿੰਦੇ ਨੇ ਕਿ ਇਹ ਗੱਲ 1900 ਤੋਂ ਪਹਿਲਾਂ ਦੀ ਹੈ, ਜਦੋਂ ਕਵੀ ਜੀ ਨੇ ਲਿਖੀ। ਉਹਨੇ ਆਪਦੇ ਕਾਲ ਤੋਂ ਪਹਿਲਾਂ ਦੀ ਗੱਲ ਲਿਖੀ ਆ ਕਿ ਉਸ ਸਮੇਂ ਤੋਂ ਲੈ ਕੇ ਇਹ ਜਿਹੜਾ ਸੀ ਸਮਾਂ ਔਰ ਐਵੇਂ ਚੱਲਦਾ ਆਇਆ। ਮਹਾਰਾਜ ਜੀ ਨੇ ਉਹ ਬਚਨ ਕੀਤੇ ਨੇ ਕਿ ਜਦੋਂ ਇੱਥੇ ਆਣ ਕੇ ਨਾ ਮਗਰੋਂ ਆ ਕਰਕੇ ਇਹ ਨਹਿਰਾਂ ਜਿਹੜੀਆਂ ਨੇ ਅੱਗੇ ਵਹਿੰਦੀਆਂ ਹੋਈਆਂ ਸੰਮਤ 1939 ਤੱਕ ਤੇ 1882 ਈਸਵੀ ਦੇ ਵਿੱਚ ਕਵੀ ਜੀ ਕਹਿੰਦੇ ਨੇ ਕਿ ਐਵੇਂ ਇਹ ਕੰਮ 39 ਸਾਲ ਜਿਹੜਾ ਬਾਅਦ ਵਿੱਚ ਮਗਰੋਂ ਬਣੀ ਹੈ। ਤੇ ਇਸ ਤਰ੍ਹਾਂ ਜਿਹੜਾ ਉਹਨਾਂ ਦੇ ਚਲਾਣੇ ਤੋਂ ਬਾਅਦ ਕਹਿਣ ਲੱਗੇ ਸਾਰੀਆਂ ਨਦੀਆਂ ਉਦੋਂ ਰਾਜੇ ਦੇ ਸਮੇਂ ਭੱਦਰ ਸੈਨ ਦੇ ਵਹਿੰਦੀਆਂ ਸੀ। ਉਹਦਾ ਇਲਾਕਾ ਸਾਰਾ ਸਰਸਬਜ਼ ਸੀ, ਪਰ ਉਹਦੇ ਇਲਾਕੇ ਦੇ ਵਿੱਚ ਉਹਦੇ ਰਾਜ ਵਿੱਚ ਅੰਨ ਅਨਾਜ ਦੀ ਬੇਅਦਬੀ ਹੋਣ ਲੱਗ ਪਈ। ਤੇ ਜਦੋਂ ਬੇਅਦਬੀ ਹੋਈ, ਜਿਹੜੀ ਚੀਜ਼ ਦੀ ਬੇਅਦਬੀ ਹੋਏ, ਆਪਾਂ ਕਿਸੇ ਦੇ ਵਿਹੜੇ ਜਾਈਏ, ਕਿਸੇ ਦੇ ਘਰੇ ਜਾਈਏ ਤੇ ਆਪਣਾ ਕੋਈ ਅਦਬ ਤੇ ਸਤਿਕਾਰ ਨਾ ਕਰੇ, ਨਰਾਦਰ ਕਰੇ, ਤੇ ਆਪਾਂ ਦੂਜੀ ਵਾਰ ਉਧਰ ਨੂੰ ਮੂੰਹ ਕਰਦੇ ਆ। ਕੋਈ ਕਹੇ ਵੀ ਚੱਲ ਯਾਰ ਫਲਾਨਾ ਰਿਸ਼ਤੇਦਾਰ ਇੱਥੇ ਤੇਰੇ ਨੇੜੇ ਆਏ ਆ ਤੇ ਤੇਰਾ ਇੱਥੇ ਰਿਸ਼ਤੇਦਾਰ ਉਹਦੇ ਚੱਲ ਆਈਏ, ਉਹਨੇ ਫਿਰ ਮੰਦਾ ਬੋਲਿਆ ਹੋਏ ਤੇ ਕਹਿੰਦਾ ਛੱਡੋ ਖੜਾ, ਉਹਦੇ ਕੋਲ ਨਹੀਂ ਯਾਰ ਜਾਣਾ, ਭਾਵੇਂ ਕੋਲੋਂ ਦਰਵਾਜ਼ੇ ਦੇ ਮੁੜ ਜਾਈਏ। ਕਹਿੰਦੇ ਭੱਦਰ ਸੈਨ ਨਾਲ ਐਸਾ ਕੁਝ ਹੋਇਆ ਔਰ ਉਹਨੇ ਨਰਾਦਰ ਕੀਤਾ, ਉਹਦਾ ਰਾਜ ਪਾਟ ਉੱਜੜ ਗਿਆ ਸੀ, ਉੱਜੜ ਗਿਆ। ਅੰਨ ਅਨਾਜ ਦੀ ਜਿਹੜੀ ਬੇਅਦਬੀ ਨਾ ਹੁੰਦੀ, ਉਹਦਾ ਸਤਿਕਾਰ ਕਰਿਆ ਕਰੀਏ। ਉਹਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਇਹ ਹਾਲਤ ਹੋਈ ਸੀ। ਉਹਦੇ ਦਾएं ਬਾएं ਜਿਹੜੀਆਂ ਨਦੀਆਂ ਵਹਿੰਦੀਆਂ ਹੁੰਦੀਆਂ ਸਨ ਔਰ ਸਤਲੁਜ ਆਦ ਜਿਹੜੀਆਂ ਨੇ ਤੇ ਸਰਸਵਤੀ ਜਿਹੜੀ ਆ ਉਹ ਇਧਰੋਂ ਲੰਘਦੀ ਪਹਾੜੀ ਟਿੱਬਿਆਂ, ਵਾਹਿਗੁਰੂ ਰੇਗਿਸਤਾਨ ਦੇ ਟਿੱਬਿਆਂ ਦੇ ਵਿੱਚ ਲੁਪਤੀ ਹੋ ਜਾਂਦੀ ਸੀ। ਪਤਾ ਨਹੀਂ ਸੀ ਕਿੱਧਰ ਦੀ ਕਿੱਧਰ ਨੂੰ ਜਾਂਦੀ ਆ। ਇੱਕ ਉਸ ਵੇਲੇ ਦੇ ਖਿਆਲ ਸੀ ਬੀਕਾਨੇਰ ਆਦ ਦੇ ਟਿੱਬਿਆਂ ਦੀ ਕਿ ਸਰਸਵਤੀ ਉਧਰ ਹੀ ਵਿੱਚੇ ਹੀ ਰੁਲ ਰਲ ਜਾਂਦੀ ਆ। ਖੈਰ ਰਾਹੂ ਵਿਚਾਰ ਮਹਾਰਾਜ ਜੀ ਇੱਥੇ ਦੱਸਦੇ ਉਹ ਰਾਜੇ ਦੀ ਏਡੀ ਰਾਜਧਾਨੀ, ਇੰਨਾ ਪਾਣੀ ਹੁੰਦਿਆਂ ਸਭ ਕੁਝ ਬਰਬਾਦ ਹੋ ਗਿਆ। ਜਦੋਂ ਨੇ ਇਹਨਾਂ ਗੱਲਾਂ ਵੱਲੇ ਧਿਆਨ ਨਾ ਦਿੱਤਾ, ਤੁਹਾਡਾ ਮਾਮਾ ਤੁਹਾਡੇ ਤੋਂ ਉਸ ਅਨਾਜ ਦਾ ਬਖਸ਼ਿਸ਼ ਦਾ ਨਰਾਦਰ ਕਰਾਉਣਾ ਚਾਹੁੰਦਾ ਹੈ, ਪਰ ਇਹ ਸਰਾਪੀ ਹੋਈ ਇਹ ਨਰਾਦਰੀ ਵਾਲੀ ਧਰਤੀ ਜਿੱਥੇ ਕੁਝ ਵੀ ਹੋ ਨਹੀਂ ਸੀ ਰਿਹਾ ਇੱਧਰਲੇ ਇਲਾਕੇ 'ਚ ਨਾ, ਬਹੁਤੀ ਮਾਰ ਪਈ ਹੋਈ ਸੀ। ਇਹ ਜੰਗਲ ਦਾ ਏਰੀਆ ਸੀ। ਮਹਾਰਾਜ ਕਹਿੰਦੇ ਅੱਜ ਉਹ ਧਰਤੀ ਜਿਹੜੀ ਆ ਨਾ, ਤੁਸੀਂ ਇਹ ਸੀਤ ਪ੍ਰਸ਼ਾਦ ਇਹਦੇ ਵਿੱਚ ਦਬਾਤਾ ਹੈ, ਪਰਤ ਕੇ ਸਰਸਬਜ਼ ਹੋ ਜਾਵੇਗੀ, ਇਹ ਪਰਤ ਕੇ ਲਹਿਰਾਏਗੀ, ਪਰਤ ਕੇ ਅੰਨ ਦੇ ਵਿੱਚੋਂ ਜੰਮੇਗਾ, ਅਨਾਜ ਆਵੇਗਾ। ਇਹਦੇ ਤੇ ਬਖਸ਼ਿਸ਼ ਦੇ ਵਿੱਚ ਦਬਾ ਦਿੱਤੀ ਏ, ਇੱਥੇ ਦੁਰਭਿਸ਼ ਕਦੇ ਨਹੀਂ ਆਵੇਗਾ, ਇੱਥੇ ਮਹਾਮਾਰੀ ਨਹੀਂ ਆਵੇਗੀ। ਕਿਤੇ ਕੁਝ ਹੋ ਜਾਵੇ, ਸਿਆਣੇ ਪੁਰਸ਼ ਦੱਸਿਆ ਕਰਦੇ, ਮੈਨੂੰ ਸ਼ਮੀਰ ਲਖਮੀਰ ਦੀ ਕੁਲ ਵਿੱਚੋਂ ਮਿਲੇ ਸੱਜਣ, ਉਹਨਾਂ ਨੂੰ ਮਿਲਿਆ, ਉਹਨਾਂ ਦੱਸਿਆ, ਕਹਿੰਦੇ ਜੀ ਗੁਰੂ ਕੇ ਬਚਨ ਔਰ ਇੱਥੇ ਕਦੇ ਕੋਈ ਮਹਾਮਾਰੀ ਨਹੀਂ ਆਈ ਫਸਲਾਂ ਦਾ, ਔਰ ਛੇਤੀ ਕਿਤਿਆਂ ਐਸਾ ਕੋਈ ਉਪਦਰਵ ਖੜਾ ਨਹੀਂ ਹੋਇਆ ਕਿ ਜਿਹਦੇ ਨਾਲ ਇਹੋ ਜੀ ਕੋਈ ਮਹਾਮਾਰੀ ਫੈਲ ਜਾਵੇ। ਸਤਿਗੁਰੂ ਕੇ ਬਚਨ ਨੇ, ਤੇ ਉਹਨਾਂ ਨੇ ਇਹ ਵੀ ਦੱਸਿਆ ਸੱਜਣਾ ਨੇ, ਔਰ ਉਹ ਇੱਕ ਵਿੱਚੋਂ ਉਹਨਾਂ ਦਾ ਨਾਂ ਆ ਭਾਈ ਜੁਗਰਾਜ ਸਿੰਘ। ਉਹਨਾਂ ਨੇ ਮੈਨੂੰ ਦੱਸਿਆ, ਕਹਿਣ ਲੱਗੇ ਜੀ ਕੁਝ ਉਹਦੇ ਵਿੱਚੋਂ ਨਾ ਜਿਹੜਾ ਬਰਤਨ ਬਚ ਗਿਆ, ਉਹਦੇ ਵਿੱਚੋਂ ਕੁਝ ਕਿਨਕੇ ਉਥੋਂ ਲੜਕੀਆਂ ਨੇ ਖਾ ਲਏ ਸਨ। ਤੇ ਉਹਨਾਂ ਨੇ ਇਹ ਵੀ ਦੱਸਿਆ, ਇਤਿਹਾਸ ਵਿੱਚ ਭਾਵੇਂ ਬਚਨ ਨਹੀਂ ਆਏ,
ਸੀਨੇ ਪਸੀਨੇ ਉਹਨਾਂ ਦੱਸਿਆ, ਕਹਿੰਦੇ ਵੀ ਔਰ ਸਾਡੀਆਂ ਬੱਚੀਆਂ ਨੇ ਛਕ ਲਿਆ ਸੀ, ਉਹ ਬਖਸ਼ਿਸ਼ ਦੀਆਂ ਪਾਤਰ ਨੇ। ਅਸੀਂ ਬੱਚੀਆਂ ਦੇ ਨਾਲ ਹੀ ਜ਼ਿਆਦਾ, ਸਾਡਾ ਦੀਨੇ ਵਾਲਿਆਂ ਦੀਆਂ ਲੜਕੀਆਂ ਹੀ ਜ਼ਿਆਦਾ ਵਿਦੇਸ਼ਾਂ ਵਿੱਚ ਜਾਂਦੀਆਂ ਨੇ ਔਰ ਬੰਦੇ ਬਾਅਦ ਚ ਹੀ ਜਾਂਦੇ ਨੇ। ਉਹਨਾਂ ਦੀ ਬਖਸ਼ਿਸ਼ ਹੈ, ਜਿੰਨੀਆਂ ਜਿੱਤਾਂ ਬਹੁਤੀਆਂ ਹਾਸਲ ਕਰਦੀਆਂ ਨੇ ਉਹ ਲੜਕੀਆਂ ਹੀ ਕਰਦੀਆਂ ਨੇ। ਔਰ ਇਹ ਉਹਨਾਂ ਤੇ ਗੁਰੂ ਕੀ ਬਖਸ਼ਿਸ਼, ਜਿਨੇ ਕਤਰਾ ਲੈ ਲਿਆ, ਧਰਤੀ ਇਹ ਬਖਸ਼ਾਈ ਗਈ ਜਦੋਂ ਮਹਾਰਾਜ ਦੀ ਬਖਸ਼ਿਸ਼ ਇਹਦੇ ਵਿੱਚ ਦਬਾਈ ਗਈ। ਉਦੋਂ ਤੋਂ ਲੈ ਕੇ ਮਹਾਰਾਜ ਕਹਿੰਦੇ ਐਂ ਉਹਦਾ ਭਦਰ ਸੈਨ ਦਾ ਜਿਹੜਾ ਸੀ ਸਾਰਾ ਰਾਜ ਭਾਗ ਨਸ਼ਟ ਹੋ ਜਾਣਾ ਕੀਤਾ ਸੀ। ਹਟੀ ਅਵਗਿਆ ਦੇਖ ਕੇ ਮਹਾਰਾਜ ਸਾਹਿਬ ਕਹਿੰਦੇ ਇਸ ਤਰ੍ਹਾਂ ਹਟੀ ਅਵਗਿਆ ਦੇਖ ਕੇ ਉਹ ਧਰਤੀ ਦੇ ਵਿੱਚ ਜਦੋਂ ਇੱਥੇ ਅਵਗਿਆ ਹੋਣ ਲੱਗ ਪਈ ਨਾ ਅਨਾਜ ਦੀ, ਉਹ ਨਦੀਆਂ ਦੂਰ ਹਟਣ ਲੱਗ ਪਈਆਂ, ਪਿੱਛੇ ਨੂੰ ਹਟਣ ਲੱਗ ਪਈਆਂ, ਵਹਿਣ ਉਲਟੇ ਪਾਸੇ ਨੂੰ ਉਹਨਾਂ ਦੇ ਵਹਿਣ ਲੱਗ ਪਏ। ਥਲ ਭਾ ਅਪਵਿੱਤਰਾ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਥਲ ਸੀ ਨਾ, ਇਹ ਜਗ੍ਹਾ ਸੀ ਅਪਵਿੱਤਰ, ਅਸ਼ੁੱਧ ਹੋ ਗਈ, ਇੱਥੇ ਅਸ਼ੁੱਧੀਆਂ ਉਪਜ ਪਈਆਂ। ਹਮਰੇ ਸੀਤ ਪ੍ਰਸਾਦ ਨੇ। ਮਹਾਰਾਜ ਸੱਚ ਪਾਤਸ਼ਾਹ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸ਼ਮੀਰ, ਅੱਜ ਜਿਹੜਾ ਸਾਡਾ ਸੀਤ ਪ੍ਰਸਾਦ ਤੁਸਾਂ ਨੇ ਧਰਤੀ ਵਿੱਚ ਦੱਬ ਦਿੱਤਾ। ਰੋਕਿਓ ਇਹ ਥਾਨਾ। ਕਹਿੰਦੇ ਇਸ ਜਗ੍ਹਾ ਨੂੰ ਉਵੇਂ ਸਰਸਬਜ ਹੋਣ ਲਈ ਔਰ ਅਪਵਿੱਤਰ ਹੋਣ ਤੋਂ ਰਹਿਤ ਕਰ ਦਿੱਤਾ। ਤੁਮ ਰਈਅਤ ਹੋਏ ਬਸੋਗੇ। ਮਹਾਰਾਜ ਸਾਹਿਬ ਕਹਿੰਦੇ ਦੇਖ, ਤੈਨੂੰ ਪਹਿਲਾਂ ਬਚਨ ਕੀਤਾ ਕਿ ਘੋੜਾ ਫੇਰਲਾ ਰਾਜ ਕਰੇਗਾ, ਤੁਸੀਂ ਉਹ ਨਹੀਂ ਕੀਤਾ, ਉਹ ਵੀ ਤੇਰੇ ਮਾਮੇ ਨੇ ਤੁਹਾਨੂੰ ਵਾਂਝੇ ਕਰ ਦਿੱਤਾ। ਕਹਿ ਲੱਗੇ ਫੇਰ ਤੁਹਾਨੂੰ ਇਹ ਬਖਸ਼ਿਸ਼ ਦਿੱਤੀ ਔਰ ਸਭ ਕੁਝ ਤੁਹਾਡੇ ਵਿੱਚ ਵਰਤੇਗਾ। ਭੋਜਨ ਤੂੰ ਮੰਗ ਕੇ ਲਿਆ, ਛਕ ਲਾ, ਤੇਰੇ ਮਾਮੇ ਨੇ ਉਹ ਨਾ ਤੈਨੂੰ ਛਕਣ ਦਿੱਤਾ। ਕਹਿੰਦੇ ਹੁਣ ਰਾਜ ਭਾਗ ਤਾਂ ਨਹੀਂ ਤੁਹਾਨੂੰ ਮਿਲਦਾ, ਪਰ ਤੁਸੀਂ ਪਰਜਾ ਹੋ ਕੇ ਇੱਥੇ ਵਸੋਗੇ। ਹਮਨੇ ਸਭ ਜਾਨਾ। ਮਹਾਰਾਜ ਸਾਹਿਬ ਕਹਿੰਦੇ ਅਸੀਂ ਸਾਰਾ ਕੁਝ ਜਾਣ ਲਿਆ ਹੈ। ਆਪਣੀ ਜੰਗਲ ਦੇਸ਼ ਕੀ। ਔਰ ਮਹਾਰਾਜ ਕਹਿੰਦੇ ਜਿਹੜੀ ਮਾਲਵਾ ਜੰਗਲ ਦੇਸ਼ ਤਾਂ ਇਹਨੂੰ ਕਹਿੰਦੇ ਸਨ ਕਿ ਇਧਰ ਜੰਗਲ ਦਾ ਏਰੀਆ ਸੀ, ਉਪਜਾਊ ਨਹੀਂ ਸੀ। ਉਪਜਾਊ ਮਤਲਬ ਸਮਝਦੇ ਹੋ ਨਾ, ਕਿ ਹੁਣ ਦੀ ਤਰ੍ਹਾਂ ਫਸਲਾਂ ਜਿਹੜੀਆਂ ਲਹਿਰਾਉਂਦੀਆਂ ਨਹੀਂ ਸਨ। ਮਹਾਰਾਜ ਕਹਿੰਦੇ ਜਿਹੜੀ ਜੰਗਲ ਦੇ ਇਲਾਕੇ ਦੀ, ਉਹ ਜੰਗਲ ਤੋਂ ਹੀ ਇਹਨੂੰ ਮਾਲਵਾ ਕਹਿਣ ਲੱਗੇ ਨੇ। ਕਿ ਮਹਾਰਾਜ ਸਾਹਿਬ ਕਹਿੰਦੇ ਨੇ ਬਈ ਇਹ ਜਿਹੜਾ ਜੰਗਲ ਦੀ ਜ਼ਮੀਨ ਹੈ, ਬਹੁਅੰਨ ਉਪਾਵਾ। ਮਹਾਰਾਜ ਕਹਿੰਦੇ ਹੁਣ ਅੰਨ ਜਿਹੜਾ ਇੰਨਾ ਇਹਦੇ ਵਿੱਚੋਂ ਜੰਮਿਆ ਕਰੇਗਾ। ਆਪ ਤੇ ਦੁਗਣੇ ਚੌਗੁਣੇ। ਮਹਾਰਾਜ ਸਾਹਿਬ ਕਹਿੰਦੇ ਜਿੰਨਾ ਕੁ ਹੁਣ ਹੁੰਦਾ ਹੈ ਨਾ, ਇਹਦੂ ਦੁੱਗਣਾ 4 ਗੁਣਾ ਵੱਧ ਹੋ ਜਾਵੇਗਾ। 8 ਗੁਣਾ ਜਮਾਵੇ। ਫਿਰ ਮਹਾਰਾਜ ਮੌਜ ਵਿੱਚ ਆਏ, ਕਹਿੰਦੇ ਦੂਜੇ ਇਲਾਕਿਆਂ ਨਾਲੋਂ 8 ਗੁਣਾ ਵੱਧ ਜਿਹੜੀ ਏ ਇਹ ਧਨ ਪੈਦਾ ਕਰਿਆ ਕਰੇਗੀ ਮਾਲਵੇ ਦੀ ਧਰਤੀ। ਹੋਏ ਹਮਾਰਾ ਮਾਲਵਾ। ਮਹਾਰਾਜ ਸੱਚੇ ਪਾਤਸ਼ਾਹ ਨੇ ਵਰ ਦਿੰਦਿਆਂ ਕਹਿੰਦੇ ਸਾਡਾ ਮਾਲਵਾ ਹੋਵੇਗਾ, ਸਾਡਾ। ਕਿਸੇ ਦੇਸ਼ ਨੂੰ ਕਿਸੇ ਨੇ ਨਹੀਂ ਕਿਹਾ। ਜੇ ਕਿਤੇ ਆ ਕੇ ਕਿਹਾ ਹੈ ਉਹ ਮਾਲਵੇ ਤੇ ਬਖਸ਼ਿਸ਼ ਕੀਤੀ ਹੈ। ਇਹਨੂੰ ਇਤਿਹਾਸਕਾਰਾਂ ਨੇ ਵੀ ਇਹ ਲਿਖਿਆ, ਜਦੋਂ ਮਹਾਰਾਜ ਨੇ ਕਿਹਾ ਨਾ ਉਹ ਹੋਏ ਹਮਾਰਾ ਮਾਲਵਾ। ਮਹਾਰਾਜ ਸੱਚੇ ਪਾਤਸ਼ਾਹ ਮੇਰ ਕਹਿਣ ਲੱਗੇ ਕਰਦੇ ਨੇ ਕਿ ਉਦੋਂ ਤੋਂ ਲੈ ਕੇ ਨੂੰ ਗੁਰੂ ਕਾ ਮਾਲਵਾ ਸਾਰੇ ਕਹਿਣ ਲੱਗ ਪਏ। ਗੁਰੂ ਨਾਲ ਇਹਨਾਂ ਦੇ ਸ਼ਬਦ ਜੁੜ ਗਿਆ। ਜਿਤ ਕਿਤ ਬਿਦਤਾਵੈ। ਮਹਾਰਾਜ ਸਾਹਿਬ ਕਹਿੰਦੇ ਜਿੱਧਰ ਕਿੱਧਰ ਇਹ ਗੱਲ ਪ੍ਰਗਟ ਹੋ ਜਾਵੇਗੀ ਸਾਡੇ ਮਾਲਵੇ ਦੀ। ਉਪਜੈ ਸਿੰਘ ਸਰਹੰਸ ਸੀ। ਮਹਾਰਾਜ ਸਾਹਿਬ ਕਹਿੰਦੇ ਇਸ ਸਾਡੇ ਮਾਲਵੇ ਦੇ ਵਿੱਚ ਨਾ ਸਾਡੇ ਹਜ਼ਾਰਾਂ ਹੀ ਸਿੰਘ ਪੈਦਾ ਹੋਣਗੇ। ਸਿੱਖ ਤਾਂ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਸਿੱਖੀ ਵੀ ਸੀ। ਅੰਮ੍ਰਿਤਧਾਰੀ ਖੰਡੇ ਦੀ ਪੌਲ ਵਾਲੇ ਜਿਹੜੇ ਆ ਨਾ, ਉਹ ਇਹਦੇ ਵਿੱਚੋਂ ਪੈਦਾ ਹੋਣਗੇ ਅਨੇਕਾਂ ਹੀ। ਮਲਵਈ ਕਹਾਵੈ। ਤੇ ਇਹਨਾਂ ਦੀ ਸੰਗਿਆ ਇਧਰੋਂ ਪੈਦਾ ਹੋਣ ਵਾਲਿਆਂ ਦੀ ਮਲਵਈ ਪੈ ਜਾਵੇਗੀ। ਮਾਲਵੇ ਵਿੱਚ ਜਨਮ ਲੈਣ ਵਾਲਿਆਂ ਦੀ ਸੰਗਿਆ ਮਲਵਈ ਹੋਵੇਗੀ। ਦੁਨੀਆ ਸਿੱਖ ਸ਼ਮੀਰ ਭੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਸ਼ਮੀਰ ਤੂੰ ਸੁਣਨਾ ਕਰ। ਚਾਹਤ ਹਮ ਦੀਨੋ। ਮਹਾਰਾਜ ਕਹਿੰਦੇ ਸ਼ਮੀਰ ਮੈਂ ਤਾਂ ਤੁਹਾਨੂੰ ਬਹੁਤ ਕੁਝ ਦੇਣਾ ਚਾਹੁੰਦਾ ਸਾਂ। ਪ੍ਰਥਮ ਰਾਜ ਤੇ ਸ਼ੂਸ਼ ਹੈ। ਔਰ ਪਹਿਲਾਂ ਤੁਹਾਨੂੰ ਰਾਜ ਦਿੱਤਾ, ਤੁਸੀਂ ਰਾਜ ਤੋਂ ਖਾਲੀ ਰਹਿ ਗਏ। ਆਪ ਸ਼ੇਮ ਨਾ ਲੀਨੋ। ਔਰ ਹੁਣ ਤੁਹਾਨੂੰ ਮੁਕਤੀ ਤੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਸੀ, ਹੁਣ ਉਹ ਨਾ ਤੁਸੀਂ ਲੈ ਸਕੇ। ਜੋ ਲੈਬੈ ਨਹਿ ਦੇਤ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਲੈਂਦੇ ਨਹੀਂ, ਅਸੀਂ ਦੇਣਾ ਚਾਹੁੰਦੇ ਸੀ। ਸੋ ਜੋ ਲੈਂਦਾ ਰੱਬ ਦੇਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਲੈਬੇ ਨਹਿ ਦੇਤ ਹੈ, ਜੋ ਅਸੀਂ ਦੇਣਾ ਚਾਹੁੰਦੇ ਹੋ ਤੁਸੀਂ ਲੈਂਦੇ ਨਹੀਂ ਸੋ ਹੋ। ਰੋਗ ਭੁਗੈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਦੇਣਾ ਚਾਹੁੰਦੇ ਹੋ ਲੈਂਦੇ ਨਹੀਂ, ਤੇ ਬਹੁਤ
ਬਹੁਤੇ ਰੋਗੀ ਹੋਵੇਗਾ ਇਹ ਜਿਹੜਾ ਤੇਰਾ ਮਾਮਾ ਹੈ ਨਾ, ਜਿਹਨੇ ਵਿਚਾਲੇ ਆ ਕੇ ਡਿੱਚਣ ਖੜੇ ਕੀਤੇ, ਇਹ ਬਹੁਤ ਰੋਗ ਦੇ ਨਾਲ ਤੜਫੇਗਾ। ਤੇ ਰੋਗ ਕਿਹੜਾ ਹੋਵੇਗਾ? ਕੋੜ। ਇਹਨੂੰ ਕੋੜ ਹੋਏਗਾ। ਤੇ ਅੱਗੇ ਦੱਸਦੇ ਨੇ ਇਹਨਾਂ ਦੇ ਸ਼ਮੀਰ ਕੇ ਮਾਮੇ ਦੇ ਨਾਂ, ਔਰ ਕੁਲ ਸੀ ਜਿਹੜੀ ਉਹਦੇ ਵਿੱਚੋਂ ਇੱਕ ਅੱਧਾ ਕੋੜ ਦੇ ਨਾਲ ਹੀ ਮਰਦਾ ਸੀ, ਖੀਰਲੇ ਸਮੇਂ ਕੋੜ ਹੋ ਜਾਇਆ ਕਰਦਾ ਸੀ। ਆਪ ਕੁਸ਼ਟ ਕੋ ਕਸ਼ਟ ਲਹੈ। ਤੇ ਮਹਾਰਾਜ ਸਾਹਿਬ ਕਹਿੰਦੇ ਨੇ ਤੁਹਾਨੂੰ ਤਾਂ ਰੱਖ ਦਿੱਤਾ, ਔਰ ਆਪ ਇਹ ਕੁਸ਼ਟ ਦਾ ਅਰਥ ਹੁੰਦਾ ਕੋੜ, ਆਪ ਵੀ ਕੋੜੀ ਹੋਵੇਗਾ ਤੇ ਅੱਗੇ ਕੋੜ ਦਾ ਰੋਗ ਜਿਹੜਾ ਇਹਨੂੰ ਪ੍ਰਾਪਤ ਹੋਵੇਗਾ, ਉਹਦਾ ਦੁੱਖ ਚੱਲੇਗਾ। ਕੋਨ ਵੰਸ ਲੱਗਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਫਿਰ ਇਹ ਰੋਗ ਕੱਲਾ ਇੱਥੇ ਨਹੀਂ ਰਹਿੰਦਾ ਜੀ, ਬੰਸ ਦੇ ਵਿੱਚ ਲੱਗੇਗਾ। ਕਹਿ ਕਬ ਹਮਨੇ ਸੋ ਸੁਣਿਆ। ਔਰ ਕਵੀ ਸੰਤੋਖ ਸਿੰਘ ਕਹਿੰਦੇ ਮੈਂ ਕੰਨਾਂ ਨਾਲ ਸੁਣਿਆ। ਆਪ ਲੋ ਵੱਡ ਰੂਪੂ। ਤੇ ਉਹ ਆਪ ਤੱਕ ਕਹਿੰਦੇ ਹੁਣ ਤੱਕ ਇੱਕ ਕਵੀ ਆਪ ਦੀ ਮੌਜੂਦਗੀ ਦੀ ਗੱਲ ਕਰਦਾ ਹੈ। ਕਹਿੰਦੇ ਮੈਂ ਕੰਨਾਂ ਨਾਲ ਸੁਣਿਆ ਜਦੋਂ ਕੋਈ ਇਹਦੀ ਕੁੱਲ ਵਿੱਚ ਨਾ ਇੱਕ ਅੱਧਾ ਕੋੜ ਦੇ ਨਾਲ ਅਖੀਰ ਤੇ ਮਰਦਾ, ਕੋੜੀ ਹੋ ਗਈ। ਇਹ ਜਿਹੜਾ ਜੈਤੋ ਵਾਲਾ ਇਹਦਾ ਮਾਮਾ ਸੀ ਸ਼ਮੀਰ ਦਾ। ਚਲੋ ਆਏ ਕਿਸ ਬੰਸ ਮੈਂ। ਤੇ ਉਹਦੀ ਬੰਸ ਦੇ ਵਿੱਚ ਉਹ ਗੁਰੂ ਕਾ ਬਚਨ ਉਵੇਂ ਹੀ ਫਲੀਭੂਤ ਹੁੰਦਾ ਆਉਂਦਾ ਹੈ। ਭੋਗੈ ਦੁਖ ਭੋਗੂ। ਤੇ ਬਹੁਤ ਦੁੱਖ ਜਿਹੜੇ ਨੇ, ਬਹੁਤੇ ਦੁੱਖਾਂ ਨੂੰ ਭੋਗਣਾ ਕਰਦੇ ਨੇ। ਸਤਿਗੁਰ ਅਦਕ ਪ੍ਰਸੰਨ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਵਿਖ ਸੇਵ ਵਿਸਾਲਾ। ਇਹ ਤਰ੍ਹਾਂ ਸ਼ਮੀਰ ਦੀ ਜਿਹੜੀ ਸੇਵਾ ਵੇਖ ਕੇ, ਸ਼ਮੀਰ ਨੂੰ ਸੇਵਾ ਕਰਦਿਆਂ ਵੇਖ ਕੇ, ਇਹ ਨਾ ਲੇਤ ਹਮ ਦੇਤ ਹੈ। ਔਰ ਮਹਾਰਾਜ ਸਾਹਿਬ ਕਹਿੰਦੇ ਅਸੀਂ ਇਹਨੂੰ ਕੁਝ ਦੇਣਾ ਚਾਹੁੰਦੇ ਆ, ਸ਼ਮੀਰ ਕੁਝ ਲੈਣਾ ਨਹੀਂ ਚਾਹੁੰਦਾ। ਐਮ ਚਿੱਤਾ ਹੈ ਵਿਸਾਲਾ। ਇਹ ਤਰ੍ਹਾਂ ਮਹਾਰਾਜ ਸੱਚੀ ਸਰਕਾਰ ਆਪਣੇ ਚਿੱਤ ਦੇ ਵਿੱਚ ਔਰ ਚਿਤਵਦੇ ਹਨ। ਇੱਕ ਦਿਨ ਬਹੁਰ ਸ਼ਮੀਰ ਕੋ। ਔਰ ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸ਼ਮੀਰ ਨੂੰ ਕਹਿਣ ਲੱਗੇ, ਕਰੁਣਾ ਕਰ ਬੋਲੇ। ਤੇ ਬਹੁਤ ਹੀ ਪ੍ਰੇਮ ਦੇ ਨਾਲ ਕਿਰਪਾ ਭਰੇ ਬਚਨ ਕਹਿੰਦੇ ਨੇ। ਹੋਏ ਚਿਤ ਮਹਿ ਜੋ ਕਾਮਨਾ। ਕਹਿਣ ਲੱਗੇ ਸ਼ਮੀਰ ਜੋ ਵੀ ਤੇਰੇ ਮਨ ਦੇ ਵਿੱਚ ਇੱਛਾ ਹੈ, ਹਮ ਤੇ ਅਬ ਸੋਲੇ। ਤੇ ਉਹ ਸਾਡੇ ਤੋਂ ਉਹੀ ਤੂੰ ਹੁਣੇ ਲੈ ਲੈਣਾ ਕਰ, ਜੋ ਵੀ ਤੇਰੇ ਮਨ ਦੀ ਕਾਮਨਾ ਇੱਛਾ ਹੈ। ਬਿਨ ਸ਼ੰਕਾ ਜਾਚਨ ਕਰੋ। ਔਰ ਬਿਨਾਂ ਕਿਸੇ ਝਿਜਕ ਤੋਂ ਜੋ ਵੀ ਮੰਗਣਾ ਉਹ ਮੰਗ ਲੈਣਾ ਕਰ। ਕਹੋ ਔਰ ਅਬਲਾਖਾ। ਜੋ ਵੀ ਤੇਰੇ ਮਨ ਦੀ ਇੱਛਾ ਹੈ ਸ਼ਮੀਰ ਉਹ ਤੂੰ ਕਹਿ ਦੇਣਾ ਕਰ। ਅੱਜ ਅਸੀਂ ਤੇਰੇ ਤੇ ਬੜੇ ਪ੍ਰਸੰਨ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸੁਣ ਸ਼ਮੀਰ ਕਰ ਜੋਰ ਕਰ। ਉਸ ਵੇਲੇ ਸ਼ਮੀਰ ਜਿਹੜਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਨਮਰੀ ਹੋਏ ਭਾਖਾ। ਬੜੀ ਨਿਮਰਤਾ ਦੇ ਨਾਲ ਝੁਕ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਹਿਣ ਲੱਗਾ, ਮਿਟੈ 84 ਕੋ ਭ੍ਰਮਣ। ਇਹ ਸਤਿਗੁਰੂ ਮਹਾਰਾਜ ਸ਼ਮੀਰ ਕਹਿੰਦਾ ਦਾਤਾ ਤੇ ਤਰੁੱਠਿਓ ਤੇ ਕਿਰਪਾ ਕਰ ਦਿਓ, ਮੇਰਾ 84 ਵਾਲਾ ਚੱਕਰ ਮੁਕਾ ਦਿਓ। ਭਵਜਲ ਦੁਖਦਾਈ। ਮਹਾਰਾਜ ਇਹ ਭਵਜਲ ਜਿਹੜਾ ਵਾਰ-ਵਾਰ ਜੰਮਣਾ ਭੌਂ ਕੇ ਸੰਸਾਰ ਦੇ ਵਿੱਚ ਪਰਤ ਕੇ ਆਉਣਾ ਹੈ, ਮੇਰਾ ਮੁੱਕ ਜਾਵੇ ਦੁੱਖ ਦੇਣ ਵਾਲਾ। ਸ੍ਰੀ ਸਤਿਗੁਰ ਇਸ ਤਰਾਸ ਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਮਹਾਰਾਜ ਇਸ ਡਰ ਦੇ ਨਾਲ ਮੋਹਿ ਲਿਓ ਬਚਾਈ। ਮਹਾਰਾਜ ਇਸ ਡਰ ਤੋਂ ਮੈਨੂੰ ਮੁਕਤ ਕਰ ਦਿਓ, ਮੇਰੇ ਤੇ ਕਿਰਪਾ ਕਰ ਦੇਵੋ। ਸੁਣ ਪੂਸ਼ਨ ਸ੍ਰੀ ਪ੍ਰਭ ਭਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਮੀਰ ਦੀ ਗੱਲ ਸੁਣ ਕੇ ਚੁੱਪ ਹੋ ਗਏ। ਫਿਰ ਮੈਂ ਅਣ ਖਿਆਲਾ। ਔਰ ਮਹਾਰਾਜ ਸੱਚੇ ਪਾਤਸ਼ਾਹ ਹੋਰ ਖਿਆਲਾਂ ਦੇ ਵਿੱਚ ਜਿਹੜੇ ਆ ਪਰਚ ਗਏ। ਇੱਕ ਦੋ ਦਿਵਸ ਬਤਾਏ ਕਾ। ਔਰ ਇੱਕ ਦੋ ਦਿਨ ਫਿਰ ਬਤੀਤ ਹੋਏ। ਗੁਣ ਭਏ ਕਿਰਪਾਲਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਸ਼ਮੀਰ ਨੂੰ ਕਹਿਣ ਲੱਗੇ ਪ੍ਰਸੰਨ ਹੋ ਕੇ, ਸੇਵ ਕਰੈ ਸਹਿ ਪ੍ਰੇਮ ਕੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਮੀਰ ਬੜੀ ਪ੍ਰੇਮ ਨਾਲ ਸਾਡੀ ਸੇਵਾ ਕਰਦਾ ਹੈ। ਹੁਣ ਨਿਕਟ ਬੁਲਾਇਓ। ਮਹਾਰਾਜ ਜੀ ਨੇ ਫਿਰ ਸ਼ਮੀਰ ਨੂੰ ਕੋਲ ਸੱਦ ਲਿਆ ਆਪਣੇ। ਹਮ ਪ੍ਰਸੰਨ ਹੈ ਤੋਹੇ ਪਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸ਼ਮੀਰ ਅਸੀਂ ਤੇਰੇ ਉੱਪਰ ਬੜੇ ਖੁਸ਼ ਹਾਂ, ਬਹੁਤ ਤੂੰ ਸੇਵਾ ਕੀਤੀ ਹੈ। ਜਾਚੋ ਮਨ ਭਾਇਓ। ਜੋ ਤੇਰੇ ਮਨ ਦੀ ਇੱਛਾ ਹੈ ਉਹ ਮੰਗ ਲੈਣਾ ਕਰ। ਹੁਣ ਸ਼ਮੀਰ ਗੁਰ ਤੀਰ ਕਹੈ। ਔਰ ਉਸ ਵੇਲੇ ਫੇਰ ਸ਼ਮੀਰ ਜਿਹੜਾ ਸੀ ਹੱਥ ਜੋੜ ਕੇ ਗੁਰੂ ਸਾਹਿਬ ਦੇ ਕੋਲ ਕਹਿਣ ਲੱਗਾ, ਅਫਜ਼ਲ ਮਹਿ ਫੇਰਾ। ਮਹਾਰਾਜ ਦੇ ਅੱਗੇ ਉਹੀ ਮੰਗ ਫੇਰ ਰੱਖ ਦਿੱਤੀ, ਮਹਾਰਾਜ ਕਿਰਪਾ ਕਰੋ ਇਹ ਸੰਸਾਰ ਦਾ ਆਵਾਗਮਨ ਜਿਹੜਾ ਹੈ ਨਾ ਔਰ ਆਉਣਾ ਜਾਣਾ ਜਿਹਾ ਮੇਰਾ ਕੱਟ ਦੇਵੋ। ਇਸ ਦਾਰੁਣ ਦੁਖ ਤੇ ਪ੍ਰਭੂ। ਮਹਾਰਾਜ ਇਸ ਭਿਆਨਕ ਦੁੱਖ ਤੋਂ ਮੇਰੇ ਮਾਲਕ ਜੀ ਕਹੀ ਹੈ ਕਰ ਮੇਰਾ। ਮਹਾਰਾਜ ਮੇਰਾ ਹੱਥ ਪਕੜੋ, ਇੱਥੇ ਕੋਈ ਨਹੀਂ ਜੇ ਬਾਹ ਪਕੜਨ ਵਾਲਾ, ਮੇਰੀ ਰੱਖਿਆ ਕਰੋ। ਸੁਣ ਸ੍ਰੀ ਮੁਕਤੇ ਤਬ ਭਣਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਫਿਰ ਸ਼ਮੀਰ ਨੂੰ ਕਹਿਣ ਲੱਗੇ, ਤੁਮ ਜਨਮ ਕਨੇਰੇ। ਮਹਾਰਾਜ ਕਹਿੰਦੇ ਸ਼ਮੀਰ ਉਦਨ ਵੀ ਤੇਰੀ ਗੱਲ ਸੁਣ ਕੇ ਤਾਂ ਹੀ ਚੁੱਪ ਰਹਿ
ਔਰ ਤੇਰੇ ਤਾਂ ਜਨਮ ਹੀ ਅਜੇ ਬਹੁਤੇ ਹੋਣੇ ਹਨ ਧਰਨੇ ਹੈ ਭਵਜਲ ਔਰ ਵਿਖੇ ਤੂੰ ਇਹ ਸੰਸਾਰ ਦੇ ਵਿੱਚ ਅਜੇ ਬਹੁਤੇ ਜ਼ਿਆਦੇ ਜਨਮ ਧਾਰਨ ਕਰਨੇ ਹਨ ਜਿਹੜੀ ਤੂੰ ਮੰਗ ਕਰਦਾ ਹੈ ਕਿਮ ਜਾਹਿਨ ਮੇਰੇ ਤੇ ਉਹ ਤੇਰੇ ਕਿਵੇਂ ਨਬੇੜੇ ਜਾਣ ਕਹਿ ਲਗ ਕਰੇ ਬਚਾਏ ਭੋ ਔਰ ਮੈਂ ਤੈਨੂੰ ਕਿੱਥੋਂ ਕੁ ਤੱਕ ਅਸੀਂ ਬਚਾਉਣਾ ਕਰੀਏ ਤੇਰੇ ਤਾਂ ਜਨਮ ਹੀ ਅਨੇਕਾਂ ਪਏ ਨੇ ਅਜੇ ਜਾਚਹੁ ਬਥ ਆਨਾ ਇਸ ਤਰ੍ਹਾਂ ਜਿਹੜੀ ਇਸ ਕਰਕੇ ਤੂੰ ਤੇਰੇ ਜਨਮ ਬਹੁਤੇ ਨੇ ਕੱਦਾ ਹੋਵੇ ਤੇ ਅਸੀਂ ਬਈ ਮੇਟ ਦਈਏ ਤੂੰ ਕੋਈ ਹੋਰ ਮੰਗ ਲੈ ਇਸ ਬਿਨ ਅਪਰ ਅਦੇਨ ਹੈ ਔਰ ਮਹਾਰਾਜ ਸਾਹਿਬ ਕਹਿੰਦੇ ਇਸ ਤੋਂ ਬਗੈਰ ਕੋਈ ਹੋਰ ਐਸੀ ਵਸਤੂ ਨਹੀਂ ਜਿਹੜੀ ਤੈਨੂੰ ਨਾ ਦੇ ਸਕੀਏ ਛੇਤੀ ਨਾਲ ਕਿਤੇ ਫੈਸਲਾ ਨਾ ਕਰ ਲਿਆ ਜੇ ਕਿ ਦੇਖੋ ਉਹਨੇ ਮੰਗਿਆ ਤੇ ਉਹ ਦੇ ਨਾ ਸਕਿਆ ਕਿ ਮਹਾਰਾਜ ਇਹ ਨਹੀਂ ਸੀ ਦੇ ਸਕਦੇ ਇਹਨੂੰ ਥੋੜਾ ਜਿਹਾ ਟਿਕਾਉ ਨਾਲ ਸਰਵਣ ਕਰਿਆ ਜੇ ਇਹੋ ਮਹਿਤ ਮਹਾਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੱਡੀ ਤੋਂ ਵੱਡੀ ਹੋਰ ਵਸਤੂ ਮੰਗ ਲੈ ਜਿਹੜੀ ਵੀ ਤੈਨੂੰ ਚਾਹੀਦੀ ਹੈ ਹਮ ਪ੍ਰਸੰਨ ਪਿਖ ਸੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਰੀ ਸੇਵਾ ਵੇਖ ਕੇ ਅਸੀਂ ਬੜੇ ਪ੍ਰਸੰਨ ਹੋਏ ਆ ਤਾਂ ਹੀ ਗੁਰੂ ਗ੍ਰੰਥ ਸਾਹਿਬ ਵੀ ਮਹਾਰਾਜ ਕਹਿੰਦੇ ਆ ਕਿ ਜਿਹੜਾ ਸੇਵਾ ਕਰਦਾ ਹੈ ਨਾ ਉਹਦੇ ਤੇ ਗੁਰੂ ਪ੍ਰਸੰਨ ਹੋ ਜਾਂਦਾ ਹੈ ਔਰ ਉਹਦੇ ਤੇ ਗੁਰੂ ਰਹਿਮਤ ਕਰ ਦਿੰਦਾ ਹੈ ਗੁਰੂ ਸੇਵਾ ਵੇਖ ਕੇ ਪ੍ਰਸੰਨ ਹੁੰਦਾ ਹੈ ਕੋਈ ਸੇਵਾ ਕਰੇ ਔਰ ਸੇਵਾ ਕਰਕੇ ਨਾਮ ਧਿਆ ਕੇ ਗੁਰੂ ਨੂੰ ਰਿਝਾ ਲਵੇ ਫਿਰ ਜੋ ਮੰਗੇ ਉਹ ਮਿਲ ਜਾਂਦਾ ਹੈ ਹਰ ਪ੍ਰੇਮ ਕਨੇਰਾ ਬਹੁਤ ਜ਼ਿਆਦਾ ਪ੍ਰੇਮ ਤੇਰੇ ਅੰਦਰ ਵੇਖਦੇ ਹਾਂ ਔਰ ਅਕਪਟ ਸੱਚ ਕਹਿਤ ਔਰ ਫਿਰ ਗੁਰੂ ਜਿਹੜਾ ਹੈ ਉਹ ਬਚਨ ਸੱਤ ਕਹਿੰਦਾ ਸੱਚੇ ਕਹਿੰਦਾ ਹੈ ਪਰਖਿਓ ਬਹੁ ਬੇਰਾ ਤੇ ਗੁਰੂ ਦੇ ਜਿਹੜੇ ਬਚਨ ਨੇ ਉਹ ਬਹੁਤ ਵਾਰ ਇਹਨਾਂ ਨੇ ਪਰਖੇ ਹਨ ਕਰੋ ਸਫਲ ਨਿਜ ਘਾਲ ਕੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਸਾਡੀ ਘਾਲਣਾ ਜਿਹੜੀ ਹੈ ਉਹਨੂੰ ਜਿਹੜੀ ਤੁਸੀਂ ਸਫਲ ਹੀ ਕਰ ਦੇਵੋ ਹਮ ਦੇ ਤਤਕਾਲਾ ਔਰ ਮਹਾਰਾਜ ਕਹਿੰਦੇ ਤੂੰ ਬੜੀ ਘਾਲਣਾ ਘਾਲੀਏ ਸ਼ਮੀਰ ਤੇ ਤੂੰ ਕੁਝ ਹੋਰ ਮੰਗ ਲਾ ਬੜੀ ਛੇਤੀ ਦੇ ਦੇਵਾਂਗੇ ਪਰ ਇਹਨੇ ਸੇਵਾ ਕੀਤੀ ਹੈ ਤੇ ਮਹਾਰਾਜ ਵੀ ਕਹਿੰਦੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਨ ਮਰਨਾ ਮਿਟ ਗਿਆ ਕਾਲੇ ਕਾ ਕੇਸ਼ ਨਾ ਬਸਾਏ ਸ਼ਮੀਰ ਹੁਣ ਜੰਮਣ ਮਰਨ ਮਟਾਉਣਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਕੋਈ ਨਹੀਂ ਤੂੰ ਹੋਰ ਵਸਤੂ ਮੰਗ ਲੈ ਕਹਿ ਕਹੈ ਸ਼ਮੀਰ ਪੋਨਾ ਉਸ ਵੇਲੇ ਸ਼ਮੀਰ ਜਿਹੜਾ ਸੀ ਸੁਣ ਕੇ ਮਹਾਰਾਜ ਤੋਂ ਕਹਿਣ ਲੱਗਾ ਗਤ ਕਰੋ ਕਿਰਪਾਲਾ ਮਹਾਰਾਜ ਮੇਰੀ ਤਾਂ ਮੁਕਤੀ ਕਰ ਦਿਓ ਜੰਮਣ ਮਰਨਾ ਮੇਰਾ ਮੇਟ ਦੇਵੋ ਇੱਕ ਸਫਲ ਨਿਜ ਦੀਜੀਏ ਔਰ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਵਿੱਚ ਆਪਣੇ ਕੋਲ ਜਗ੍ਹਾ ਦੇ ਦਿਓ ਚਾਚਾ ਇਹ ਮੇਰੀ ਮਹਾਰਾਜ ਮੇਰੀ ਹੋਰ ਕੋਈ ਮੰਗ ਨਹੀਂ ਮੇਰੀ ਇਹੀ ਮੰਗ ਹੈ ਅਪਰ ਨਹੀਂ ਮਨ ਕਾਮਨਾ ਔਰ ਮਹਾਰਾਜ ਮੇਰੇ ਮਨ ਦੀ ਕਾਮਨਾ ਹੀ ਕੋਈ ਨਹੀਂ ਕਾਟੋ ਮਮ ਬੇਰੀ ਮਹਾਰਾਜ ਮੇਰੇ ਜਿਹੜੀ ਆਵਾਗਮਨ ਦੀ ਬੇੜੀ ਬੰਧਨ ਪਏ ਹੋਏ ਆ ਨਾ ਔਰ ਉਹਨਾਂ ਨੂੰ ਕੱਟ ਦੇਵੋ ਸੁਣ ਹਟ ਕੋ ਸ੍ਰੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਦੇਖਿਆ ਕਿ ਇਹਦੇ ਅੰਦਰ ਨਿਸ਼ਠਾ ਪ੍ਰਪੱਖ ਹੋ ਗਈ ਏ ਬਈ ਇਹ ਇਸੇ ਗੱਲ ਤੇ ਕਿ ਮੇਰਾ ਆਵਾਗਮਨ ਕੱਟੋ ਤਬ ਟਾਰਨ ਕੀਨਾ ਉਸ ਵੇਲੇ ਮਹਾਰਾਜ ਨੇ ਫਿਰ ਟਾਲ ਦੇਣਾ ਕੀਤਾ ਕੇਤਕ ਦਿਵਸ ਬਤਾਏ ਪੁੰਨ ਔਰ ਫਿਰ ਕੁਝ ਦਿਨ ਬਤੀਤ ਹੋ ਗਏ ਮਨ ਹੋਤ ਪ੍ਰਸੀਨਾ ਔਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋ ਗਏ ਸਤਿਗੁਰੂ ਦੇਖ ਰਹੇ ਸਨ ਬਈ ਕੋਈ ਦਿਨ ਪਾ ਕੇ ਦੀ ਮੰਗ ਬਦਲਦੀ ਆ ਇਹਦੇ ਖਿਆਲਾਤ ਪਰ ਟਿਕੇ ਹੋਏ ਅੰਦਰੋਂ ਕਿ ਨਹੀਂ ਟਿਕੇ ਹੁਣ ਪਿਆਰਿਓ ਫਿਰ ਸਤਿਗੁਰੂ ਪ੍ਰਸੰਨ ਹੋਏ ਦਾਸ ਕਾਮਨਾ ਦੀਏ ਬਿਨ ਔਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਬਖਸ਼ਿਸ਼ ਕੀਤੇ ਤੋਂ ਬਗੈਰ ਮਨ ਚੈਨ ਨਾ ਪਾਵੈ ਮਹਾਰਾਜ ਦੇ ਮਨ ਨੂੰ ਚੈਨ ਨਹੀਂ ਮਿਲਦਾ ਜਿੰਨਾ ਚਿਰ ਆਪਣੇ ਸੇਵਕ ਨੂੰ ਪ੍ਰਸੰਨ ਨਾ ਕਰ ਦੇਵੇ ਸਤਿਗੁਰੂ ਔਰ ਸੇਵਾ ਕਰੇ ਕੋਈ ਸੇਵਕ ਬਣ ਕੇ ਤਾਂ ਹੀ ਸਾਹਿਬ ਕਹਿੰਦੇ ਆ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਉਹਦੀ ਸੇਵਾ ਕਰ ਪਦਵੀ ਦੇਣ ਸਮੀਪ ਕੀ ਔਰ ਉਸ ਵੇਲੇ ਮਹਾਰਾਜ ਆਪਣੇ ਸੇਵਕ ਨੂੰ ਆਪਣੇ ਨੇੜੇ ਦੀ ਪਦਵੀ ਦੇਣ ਵਾਸਤੇ ਗੁਣ ਔਰ ਲਲਚਾਵੈ ਫਿਰ ਮਹਾਰਾਜ ਸੱਚੇ ਪਾਤਸ਼ਾਹ ਮਨ ਅੰਦਰ ਚਿਤਵਦੇ ਨੇ ਇੱਕ ਦਿਨ ਬਾਹਰ ਹਕਾਰ ਕੈ ਇੱਕ ਦਿਨ ਮਹਾਰਾਜ ਨੇ ਸ਼ਮੀਰ ਨੂੰ ਸੱਦ ਲਿਆ ਸ੍ਰੀ ਬਦਨ ਉਚਾਰਾ ਉਸ ਵੇਲੇ ਆਪਣੇ ਸੁਭਾਈ ਮਨ ਮੁਖਾਰ ਬਿੰਦ ਤੋਂ ਕਹਿਣ ਲੱਗੇ ਤੀਜੀ ਵਾਰ ਜਦੋਂ ਸੱਦਿਆ ਮੰਗੋ ਮਨ ਕੀ ਕਾਮਨਾ ਕਹਿਣ ਲੱਗੇ ਸ਼ਮੀਰ ਫਿਰ ਅੱਜ ਮੰਗ ਲੈ ਜੋ ਚਾਹਣਾ ਹੈ ਜੈਸੇ ਹਠ ਧਾਰਾ ਔਰ ਜੋ ਵੀ ਤੂੰ ਮਨ ਵਿੱਚ ਹੱਠ ਧਾਰਿਆ ਨਾ ਪਰਪੱਕ ਗੱਲ ਕੀਤੀ ਹੈ ਪ੍ਰਭ ਜੀ ਭਵਜਲ ਤੇ ਰੱਖੋ ਫਿਰ ਸ਼ਮੀਰ ਨੇ ਤੀਜੀ ਵਾਰ ਫੇਰ ਕਹਿ ਦਿੱਤਾ ਮਹਾਰਾਜ ਮੈਨੂੰ ਭਵਜਲ ਦੇ ਵਿੱਚੋਂ ਬਚਾ ਲਵੋ ਕੱਟ ਦਿਓ 84 ਮਹਾਰਾਜ ਮੇਰੇ ਜਿਹੜਾ 84 ਦਾ ਗੇੜ ਆ ਨਾ ਨੂੰ ਕੱਟ ਦੇਵੋ ਬਾਹਰ ਨਾ ਪਾਵੋ ਜਨਮ ਕੋ ਮਹਾਰਾਜ ਮੇਰੇ ਤੇ ਇੰਨੀ ਕੁ ਕਿਰਪਾ ਕਰੋ
ਮੈਨੂੰ ਆਵਾਗਮਨ ਜਿਹੜਾ ਮੇਰਾ ਮਿਟ ਜਾਵੇ ਔਰ ਜੰਮਣਾ ਮਰਨਾ ਮਿਟ ਜਾਵੇ। ਜਮ ਪਰੈ ਨਾ ਫਾਸੀ, ਮਹਾਰਾਜ ਜਮਾਂ ਦੀਆਂ ਫਾਈਆਂ ਵਿੱਚ ਨਾ ਮੈਂ ਫਸਣਾ ਕਰਾਂ। ਹਸ ਬੋਲੇ ਦਾ ਹੈ ਇਹੀ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ। ਇਹਦੇ ਸ਼ਮੀਰ ਦੇ ਬਚਨਾਂ ਨੂੰ ਸੁਣ ਕੇ ਕਹਿੰਦੇ ਸ਼ਮੀਰ ਜੋ ਤੂੰ ਕਹਿਣਾ ਉਹੀ ਤੈਨੂੰ ਦੇਵਾਂਗੇ। ਹੁਣ ਆਵਹੁ ਪ੍ਰਾਤੀ, ਮਹਾਰਾਜ ਕਹਿੰਦੇ ਬਈ ਅੱਜ ਘਰੇ ਜਾ, ਜੋ ਤੂੰ ਕਿਹਾ ਨਾ ਤੈਨੂੰ ਉਹੀ ਦਿਆਂਗੇ, ਤੜਕੇ ਆ ਜਾਵੀਂ। ਹੁਣ ਬੰਧਨ ਕੋ ਕਰ ਗਇਓ। ਇਸ ਤਰ੍ਹਾਂ ਸੁਣ ਕੇ ਮਹਾਰਾਜ ਤੋਂ ਬਚਨ ਤੇ ਸ਼ਮੀਰ ਨੂੰ ਤਰਵਾਸ ਜਿਹਾ ਹੋਇਆ ਤੇ ਘਰ ਨੂੰ ਚਲਾ ਗਿਆ। ਆਨੰਦ ਕਰ ਛਾਤੀ, ਔਰ ਬਹੁਤ ਹੀ ਹਿਰਦੇ ਦੇ ਅੰਦਰ ਸ਼ਾਂਤੀ ਸਕੂਨ ਮਿਲਿਆ ਕਿ ਸੱਚੇ ਪਾਤਸ਼ਾਹ ਨੇ ਅੱਜ ਬਚਨ ਕਹਿ ਦਿੱਤਾ ਹੈ ਕਿ ਮੈਨੂੰ ਵਾਕਿਆ ਹੀ ਮੁਕਤ ਕਰ ਦੇਣਗੇ ਮਹਾਰਾਜ, ਔਰ ਮੈਨੂੰ ਦਿਨ ਚੜੇ ਜਿਹੜੀ ਮੁਕਤੀ ਦੇ ਦੇਣਗੇ। ਸਕਲ ਰੀਤ ਕੀ ਸੇਵਕਾਰ, ਔਰ ਸਾਰੇ ਪ੍ਰਕਾਰ ਅੱਜ ਮਹਾਰਾਜ ਦੀ ਸੇਵਾ ਕਰਕੇ ਇਸ ਮਹਿ ਪਰ ਸੋਭਾ, ਔਰ ਸਾਰੀ ਸੇਵਾ ਕਰਕੇ ਮਹਾਰਾਜ ਦੀ ਜਾ ਕੇ ਆਪਣੇ ਘਰੇ ਸੌਂ ਗਿਆ ਸ਼ਮੀਰ। ਅਦਭੁਤ ਅਨਕ ਪ੍ਰਕਾਰ ਕੋ, ਔਰ ਇਸ ਤਰ੍ਹਾਂ ਜਿਹੜਾ ਸੀ ਅਦਭੁਤ ਅਨੇਕ ਪ੍ਰਕਾਰ ਦੇ ਅਨੇਕਾਂ ਪ੍ਰਕਾਰ ਦੇ ਅਜੀਬੋ ਗਰੀਬ ਜੇ ਸੁਪਨਾ ਤਬ ਜੋਵਾ, ਉਸ ਵੇਲੇ ਸੁਪਨਾ ਚੱਲਿਆ ਸੁੱਤੇ ਹੋਏ ਸ਼ਮੀਰ ਨੂੰ, ਤੇ ਬੜਾ ਹੀ ਹੈਰਾਨੀ ਜਨਕ ਉਹ ਸੁਪਨਾ ਸੀ। ਕਿਹੋ ਜਿਹਾ ਹੈ ਸੁਣੋ। ਕਾਕ ਕੰਕ ਕੀਕੀ ਕਕਨ, ਔਰ ਕੀ ਦੇਖਦਾ ਉਹ ਸੁਪਨੇ ਦੇ ਵਿੱਚ, ਇੱਕ ਕਦੇ ਤਾਂ ਇਹ ਜਨਮ ਲੈ ਕੇ ਕਾਂ ਬਣ ਜਾਂਦਾ ਹੈ, ਤੇ ਕਦੇ ਕੰਕ ਚੀਲ ਬਣ ਜਾਂਦਾ ਹੈ, ਕਦੇ ਕੇਕੀ ਕਿਰਲੀ ਆਦਿਕ, ਔਰ ਕਦੇ ਮੋਰ ਆਦਿਕ ਬਣ ਜਾਂਦਾ ਹੈ, ਕਲ ਵਿੰਕ ਮਰਾਲਾ, ਔਰ ਕਦੇ ਕਲਬਿੰਕ ਚਿੜਾ ਬਣ ਜਾਂਦਾ ਹੈ, ਤੇ ਕਦੇ ਮਰਾਲ ਕਦੇ ਹੰਸ ਬਣ ਜਾਂਦਾ ਹੈ, ਕਾਗ ਮ੍ਰਿਗ ਪਸ਼ੂ ਪੰਖੀ ਮਨੁੱਖ, ਔਰ ਕਦੇ ਇਹ ਖਾਗਾ ਜਿਹੜਾ ਹੈ ਕਹੀਏ ਔਰ ਪੰਛੀ ਆਦਿਕ ਬਣ ਜਾਂਦਾ ਹੈ, ਕਦੇ ਔਰ ਗਰੜ ਆਦਿ ਬਣ ਜਾਂਦਾ। ਇਸ ਤਰ੍ਹਾਂ ਦੀਆਂ ਜੂਨਾਂ ਦੇ ਵਿੱਚ ਜਿਹੜਾ ਸੁਪਨੇ ਵਿੱਚ ਹੁੰਦਾ ਹੈ। ਜਨਮਿਓ ਤਨ ਕਾਲਾ, ਔਰ ਉਸ ਵੇਲੇ ਇਸ ਤਰ੍ਹਾਂ ਜਿਹੜਾ ਹੈ ਨਾ, ਇਹਦਾ ਤਨ ਜਿਹੜਾ ਹੈ ਲੈ ਕੇ ਇਹਦਾ ਜਨਮ ਹੋਇਆ ਉਸ ਕਾਲ ਸਮੇਂ ਵਿੱਚ, ਕੀਟੀ ਕੀਟਣ ਭ੍ਰਿੰਗ ਭ੍ਰਿਤ, ਤੇ ਕਦੇ ਕੀੜੀ ਬਣ ਗਿਆ, ਕਦੇ ਕੀਟਨ ਕਹੀਏ ਕੋੜ ਕਿਰਲੀ, ਕਦੇ ਭ੍ਰਿੰਗ ਭੌਰਾ ਜਿਹਾ ਬਣ ਗਿਆ, ਤੇ ਕਦੇ ਭ੍ਰਿਤ। ਇਸ ਤਰ੍ਹਾਂ ਦੇ ਆਦਿਕ ਜਿਹੜੇ ਆ ਇਹਨੇ ਆ ਕਰਕੇ ਸੰਸਾਰ ਦੇ ਅੰਦਰ ਜਿਹੜਾ ਸੁਪਨਾ ਲੈ ਰਿਹਾ ਹੈ ਨਾ, ਉਹਦੇ ਵਿੱਚ ਭ੍ਰਿੰਗੀ ਆਦਿ ਦੇ ਜਿਹੜੇ ਇਹੋ ਜਿਹੇ ਰੂਪ, ਇਹੋ ਜਿਹੀਆਂ ਜੂਨਾਂ ਧਾਰਨ ਕਰ ਰਿਹਾ ਹੈ। ਇਤਿਆਦ ਕਨੇਰੇ, ਇਸ ਤੋਂ ਆਦਿਕ ਹੋਰ ਵੀ ਕਈ ਜਨਮੇ ਨੇ ਉਸ ਸੁਪਨੇ ਵਿੱਚ ਭੋਗ ਰਿਹਾ ਹੈ। ਭੋਗੀ ਜੂਨਾ ਜਨਮ ਧਾਰਾ, ਤੇ ਜਦੋਂ ਇਹ ਸਾਰੀਆਂ ਜੂਨਾਂ ਹੈ ਨਾ ਇਹਨੇ ਭੋਗ ਲੀਆਂ ਸੁਪਨੇ ਦੇ ਵਿੱਚ ਹੀ, ਮਰ ਮਰ ਬਹੁ ਫੇਰੇ, ਤੇ ਬਹੁਤ ਵੇਰ ਮਰਦਾ, ਕਦੇ ਕੁਝ ਬਣਦਾ ਕਦੇ ਕੁਝ ਬਣਦਾ। ਇਹਨੂੰ ਮਹਾਰਾਜ ਨੇ ਕਿਹਾ ਸੀ ਨਾ ਤੇਰੇ ਅਨੇਕਾਂ ਜਨਮ ਨੇ, ਤੇ ਔਰ ਤੇਰੇ ਭੋਗਨੇ ਪੈਣੇ ਨੇ, ਕਿਉਂਕਿ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਤਾਂ ਗੁਰੂ ਕਿਰਪਾ ਕਰੇ, ਭਗਾਉਂਦਾ ਕਿਵੇਂ ਆ ਜੇ ਪ੍ਰਸੰਨ ਹੋ ਜਾਵੇ। ਹੁਣ ਇਹ ਸ਼ਮੀਰ ਦਾ ਕਿਵੇਂ ਨਬੇੜਾ ਕਰਦੇ, ਸੁਪਨੇ ਵਿੱਚ ਇੰਨੇ ਜਨਮ ਭੋਗੇ ਨੇ, ਜਨਮ ਪਾਸ਼ ਲੋ ਪੁਨ ਭਇਓ, ਤੇ ਖੀਰਲਾ ਇਹਦਾ ਜਿਹੜਾ ਜਨਮ ਹੈ ਉਹ ਹੋਣਾ ਕੀਤਾ ਚੰਡਾਲ ਕਰਾਲਾ, ਤੇ ਚੰਡਾਲਾਂ ਦੇ ਘਰ ਬੜਾ ਭਿਆਨਕ ਜੀ ਜਗ੍ਹਾ ਤੇ ਇਹਦਾ ਜਨਮ ਹੋਇਆ ਸ਼ਮੀਰ ਦਾ। ਸੁਪਨੇ ਅਜੇ ਸੁਪਨਾ ਚੱਲਦਾ ਸੁਪਨੇ ਵਿੱਚ, ਜੰਗਲ ਦੇਸ਼ ਪ੍ਰਵੇਸ਼ ਤੇ ਇੱਕ ਜੰਗਲ ਦੇ ਇਲਾਕੇ ਦੇ ਵਿੱਚ ਇਹਦਾ ਜਨਮ ਹੋਇਆ, ਤੇ ਉਹਦੇ ਵਿੱਚ ਪ੍ਰਵੇਸ਼ ਹੋ ਗਿਆ। ਚੰਡਾਲੀ ਨਾਲਾ, ਤੇ ਚੰਡਾਲਣੀ ਇਹਦੇ ਘਰ ਵਾਲੀ ਨਾਲ ਏ, ਇਹਦੇ ਬੱਚੇ ਨਾਲ ਨੇ, ਭਏ ਸੁਤਾ ਸੁਤ ਪੁੰਜ ਹੀ, ਤੇ ਇਹਨਾਂ ਨੂੰ ਖਾਣ ਵਾਸਤੇ ਕੁਝ ਲੱਭਾ ਨਹੀਂ। ਸਾਰੇ ਇਹਦਾ ਪਰਿਵਾਰ ਇਹ ਚੰਡਾਲ ਰੂਪ ਚ ਆਪ, ਇਹਦੇ ਘਰ ਵਾਲੀ, ਇਹਦੇ ਬੱਚੇ ਬਹੁਤ ਜ਼ਿਆਦਾ ਭੁੱਖ ਨਾਲ ਤੜਫਦੇ ਹਨ। ਬਹੁ ਵਧਿਓ ਕੁਟੁੰਬਾ, ਇਸ ਤਰ੍ਹਾਂ ਬਹੁਤ ਜ਼ਿਆਦਾ ਜਿਹੜਾ ਇਹਦਾ ਪਰਿਵਾਰ ਵਧਿਆ ਹੋਇਆ ਹੈ। ਦੇਸ਼ ਪਰਿਓ ਦੁਰਭਿੱਖ ਔਰ ਬਹੁ, ਉਸ ਵੇਲੇ ਜਿਹੜੇ ਦੇਸ਼ ਵਿੱਚ ਚੰਡਾਲ ਬਣ ਕੇ ਰਹਿ ਰਿਹਾ ਸੀ ਨਾ ਸੁਪਨੇ ਦੇ ਵਿੱਚ ਸ਼ਮੀਰ, ਤੇ ਔਰ ਉਹਦੇ ਚ ਕਾਲ ਪਿਆ ਹੋਇਆ ਸੀ, ਨਹਿ ਅੰਨ ਕਦੰਬਾ, ਤੇ ਕਿਦੋਂ ਅੰਨ ਮੰਗਿਆ ਵੀ ਮਿਲ ਨਹੀਂ ਸੀ ਰਿਹਾ। ਸੁਦਤ ਰਹਿਤ ਦੁਖ ਸਹਿਤ ਇਸ ਕਰਕੇ ਬਹੁਤ ਭੁੱਖ ਦੇ ਦੁੱਖ ਨੂੰ ਸਹਾਰ ਰਿਹਾ ਸੀ। 4-5 ਦੇ ਬੱਚੇ, ਘਰ ਵਾਲੀ ਆਪ ਸਾਰੇ ਭੁੱਖੇ ਸਨ, ਚੰਡਾਲ ਬਣਿਆ ਹੋਇਆ। ਬਨ ਵਿਖੈ ਪਧਾਰਾ, ਤੇ ਫਿਰ ਆਪਣੇ ਪਰਿਵਾਰ ਨੂੰ ਲੈ ਕੇ ਜੰਗਲ ਦੇ ਵਿੱਚ ਚਲਾ ਗਿਆ, ਪੀਲੂ ਖੈਬੈ ਹੇਤ ਕੋ, ਤੇ ਉੱਥੇ ਜਾ ਕੇ ਇੱਕ ਪੀਲੂ ਦਾ ਦਰਖਤ ਦੇਖਿਆ, ਤੇ ਪੀਲੂ ਖਾਣ ਵਾਸਤੇ ਤੇ ਬੱਚਿਆਂ ਨੂੰ ਖਵਾਉਣ ਵਾਸਤੇ ਰੋਟੀ ਨਾ ਮਿਲੀ, ਕਮ ਸੇ ਕਮ ਇਹਦੇ ਨਾਲ ਹੀ ਪੇਟ ਨੂੰ ਕੁਝ ਤਰਵਾਸ ਮਿਲੇਗਾ। ਬਾਕੀ ਲਗ ਡਾਰਾ, ਤੇ ਆਪ ਜਾ ਕੇ ਟਾਹਣੇ ਦੇ ਉੱਪਰ ਚੜ ਗਿਆ, ਕਿਤਕ ਸੁਤਾ ਸੁਤ ਸੰਗ ਲੈ, ਔਰ ਕਿੰਨੇ ਆਪਣੇ ਪੁੱਤਰ ਧੀਆਂ ਜਿਹੜੇ ਨਾਲ ਹਨ,
ਗਮ ਨਯੋ ਬਨ ਮਾਹੀ ਤੇ ਉਹਨਾਂ ਨੂੰ ਲੈ ਕੇ ਉਸ ਜੰਗਲ ਦੇ ਵਿੱਚ ਚਲਾ ਗਿਆ ਤੋਰਨ ਹਿਤ ਧਰ ਪਰ ਚੜਿਓ ਔਰ ਆਪ ਉਹਨਾਂ ਪੀਲੂਆਂ ਨੂੰ ਤੋੜਨ ਵਾਸਤੇ ਦਰਖਤ ਦੇ ਉੱਪਰ ਚੜ ਗਿਆ ਧਰ ਬਾਲਕ ਤਾਹੀ ਔਰ ਸਾਰਾ ਜਿਹੜਾ ਹੈ ਨਾ ਉਹਨੂੰ ਜਾ ਕੇ ਉੱਤੋਂ ਹਿਲਾਉਂਦਾ ਹੈ, ਤੋੜ ਤੋੜ ਥੱਲੇ ਸੁੱਟਦਾ ਹੈ ਤੋਰ ਤੋਰ ਤਰ ਤੇ ਤਰੈ ਔਰ ਤੋੜ ਤੋੜ ਕੇ ਉਹਨਾਂ ਪੀਲੂਆਂ ਨੂੰ ਉੱਤੋਂ ਥੱਲੇ ਸੁੱਟਦਾ ਪਿਆ ਹੈ। ਫੇਰ ਤਿਸ ਸਿਖਾਵੈ ਜਿੰਨੀਆਂ ਥੱਲੇ ਡਿੱਗਦੀਆਂ ਇਹਦੇ ਘਰ ਵਾਲੀ ਚੰਡਾਲਣੀ ਪਤਨੀ ਤੇ ਇਹਦੇ ਬਾਲ ਬੱਚੇ ਉਹ ਚੁਣ ਚੁਣ ਕੇ ਪੀਲੂ ਖਾਂਦੇ ਨੇ। ਉਨ ਸਾਖਾ ਪਤਰੀਨ ਪਰ ਔਰ ਫੇਰ ਇਹ ਕੀ ਹੋਇਆ, ਆਪ ਉੱਤੇ ਖਾਈ ਜਾਂਦਾ, ਉਤੋਂ ਤੋੜ ਕੇ ਥੱਲੇ ਸੁੱਟਦਾ ਹੈ। ਚੰਡਾਲ ਦੇ ਜਨਮ ਵਿੱਚ ਪਿਆ ਹੋਇਆ ਹੈ ਸ਼ਮੀਰ ਤੇ ਔਰ ਬਹੁਤ ਜ਼ਿਆਦਾ ਜਦੋਂ ਇਸ ਤਰ੍ਹਾਂ ਖਾਈ ਜਾਂਦਾ ਹੈ, ਪੀਲੂ ਤੋੜਦਾ ਤੋੜਦਾ ਨਾ ਚੰਡਾਲ ਬਣਿਆ ਸੁਪਨੇ ਵਿੱਚ ਇੱਕ ਪਤਲੀ ਦੀ ਟਾਹਣੀ ਤੇ ਪੈਰ ਧਰ ਲੈਂਦਾ ਹੈ। ਪੀਲੂ ਤੋੜਨ ਲੱਗਾ ਵੀ ਇੱਥੇ ਦੇ ਪੈਰ ਧਰ ਕੇ ਉੱਥੋਂ ਅੱਗੋਂ ਬਾਦੀਆਂ ਉਹ ਜਿਹੜੀਆਂ ਲੱਗੀਆਂ ਤੋੜ ਲਵਾਂਗਾ। ਜਦੋਂ ਪਤਲੀ ਟਾਹਣੀ ਤੇ ਪੈਰ ਧਰਦਾ ਨਿਜ ਪਾਉ ਟਕਾਵੈ ਤੇ ਉਹਦੇ ਤੇ ਆਪਣਾ ਪੈਰ ਜਿਹਾ ਟਕਾਉਂਦਾ ਹੈ ਤੋਰਨ ਕੋ ਲਾਲਚ ਲੱਗਿਓ ਔਰ ਆਪ ਪੀਲੂ ਤੋੜਨ ਦੇ ਲਾਲਚ ਵਿੱਚ ਲੱਗ ਗਿਆ। ਥੱਲੇ ਭੁੱਲ ਗਿਆ ਵੀ ਟਾਹਣੀ ਪਤਲੀ ਹੈ ਜਿੱਤੇ ਪੈਰ ਰੱਖੀ ਬੈਠਾ ਹੈ। ਚੁੱਕ ਹੋਏ ਅਗਾਰੀ ਔਰ ਇਸ ਤਰ੍ਹਾਂ ਜਿਹੜਾ ਹੈ ਪੈਰ ਚੁੱਕ ਕੇ ਪਿਛਲਾ ਅੱਗੇ ਨੂੰ ਹੋਣ ਲੱਗਾ। ਟੂਟ ਗਈ ਸਾਖਾ ਤਵੈ ਬਸ ਅਗਲਾ ਪੈਰ ਜਿਹੜਾ ਉਹ ਪਤਲੀ ਟਾਹਣੀ ਤੇ ਸੀ ਉਹ ਟਾਹਣੀ ਦੀ ਟੁੱਟ ਗਈ। ਫਿਰ ਧਰਾ ਮਝਾਰੀ ਬਸ ਧਾੜ ਕਰਕੇ ਉਸ ਦਰਖਤ ਤੋਂ ਥੱਲੇ ਵੱਜਾ ਆ ਕੇ ਸ਼ਮੀਰ ਚੰਡਾਲ ਬਣਿਆ ਹੋਇਆ ਸੁਪਨੇ ਵਿੱਚ। ਚੋਟ ਲੱਗੀ ਤੇ ਜਾਗ ਕਰ ਤੇ ਉਸ ਵੇਲੇ ਜਦੋਂ ਚੋਟ ਵੱਲ ਲੱਗੀ ਨਾ ਡਿੱਗਾ ਤੇ ਔਰ ਉਹਦਾ ਦਰਦ ਹੋਇਆ, ਪੀੜ ਹੋਈ ਤੇ ਕੋਈ ਚੀਕ ਮਾਰੀ ਉਸ ਤੇ ਉਸ ਵੇਲੇ ਨਾਲ ਦੀ ਨਾਲ ਇਹਨੂੰ ਜਾਗ ਆ ਗਈ। ਜੁਗ ਨੈਣ ਉਗਾਰੇ ਤੇ ਦਵਾ ਦਵਾ ਆਪਣੇ ਨੈਣ ਖੋਲ ਕੇ ਅੱਖਾਂ ਖੋਲ ਕੇ ਵੇਖੀਆਂ ਬਈ ਮੈਂ ਤਾਂ ਚੰਡਾਲ ਬਣਿਆ ਹੋਇਆ ਸਾਂ, ਮੇਰੀ ਚੰਡਾਲਣੀ ਮੇਰੇ ਚੰਡਾਲ ਦੇ ਬੱਚੇ ਉਹ ਕਿੱਥੇ ਦੇਖਿਆ, ਮੈਂ ਤਾਂ ਇੱਥੇ ਪਰਿਵਾਰ 'ਚ ਪਿਆ ਹੈ, ਘਰੇ ਪਿਆ ਹੈ, ਜੰਗਲ ਵਿੱਚ ਨਹੀਂ ਹਾਂ। ਬਿਸਮਿਓ ਕਰਤ ਵਿਚਾਰ ਬਹੁਤ ਮਨ ਦੇ ਅੰਦਰ ਉਦੋਂ ਬਾਅਦ ਸ਼ਮੀਰ ਨੂੰ ਫਿਰ ਅੱਧੀ ਕੁ ਰਾਤ ਤੋਂ ਬਾਅਦ ਨੀਂਦ ਨਹੀਂ ਆਈ ਤੇ ਬੜਾ ਹੈਰਾਨ ਹੋਇਆ। ਪਿਖ ਕੌਤਕ ਭਾਰੇ ਤੇ ਐਸੇ ਕੌਤਕ ਬਈ ਅੱਜ ਕਮਾਲ ਹੋ ਗਈ, ਕਦੇ ਮੈਂ ਕਾਂ ਬਣ ਗਿਆ, ਕਦੇ ਚਿੜਾ, ਕਦੇ ਕਿਰਲੀ, ਕਦੇ ਕੁਝ ਕਦੇ ਕੁਝ। ਖੀਰ ਵਾਲਾ ਜਨਮ ਜਿਹੜਾ ਹੈ ਉਹ ਉਦੋਂ ਭਿਆਨਕ ਦਿਸਿਆ। ਬੜਾ ਸੋਚਾਂ ਦੇ ਵਹਿਣ ਵਿੱਚ ਵਹਿਆ ਹੋਇਆ ਸ਼ਮੀਰ। ਕੇਤਕ ਚਿਰਮ ਹੈ ਮਲ ਤਜਨ ਬਸ ਇੰਨੇ ਕ ਚਿਰ ਨੂੰ ਦਿਨ ਦਾ ਚੜਾਓ ਹੁੰਦਾ ਸੀ, ਉਦੋਂ ਲੈਟਰਨ ਬਾਥਰੂਮ ਘਰੇ ਹੋਣ ਦਾ ਰਿਵਾਜ ਜਿਹਾ ਨਹੀਂ ਸੀ। ਉਦੋਂ ਸਾਰੇ ਜਿਹੜੇ ਮੈਦਾਨ ਪਾਣੀ ਬਾਹਰ ਜਾਇਆ ਕਰਦੇ ਸਨ ਤੇ ਉਹ ਵੀ ਚਲਾ ਗਿਆ। ਬੈਠਿਓ ਕਿਤ ਜਾਈ ਜਦੋਂ ਜਾ ਕੇ ਆਪਣੀ ਕਿਰਿਆ ਕੀਤੀ ਹਾਂ ਸੋਚਤ ਸੁਪਨੇ ਕੋਰ ਦੇ ਔਰ ਆਪ ਜਿਹੜਾ ਹੈ ਨਾ ਹਿਰਦੇ ਦੇ ਅੰਦਰ ਉਹਨੂੰ ਸੋਚ ਰਿਹਾ ਸੀ, ਵਿਚਾਰ ਰਿਹਾ ਸੀ ਰਾਤ ਵਾਲੀਆਂ ਪੀਲੂ ਤੇ ਔਰ ਉਹ ਬਾਲੀ ਬੱਚੇ ਨੂੰ ਜਿੱਤੇ ਤਨ ਪਾਈ ਔਰ ਜਿੱਤੇ ਉਹ ਜਿੰਨੇ ਉਹਨੇ ਸਰੀਰ ਧਾਰਨ ਕੀਤੇ ਸੀ ਉਹਨਾਂ ਬਾਰੇ ਇਹ ਸ਼ਮੀਰ ਸੋਚ ਰਿਹਾ ਸੀ। ਇਹ ਕਿਰਿਆ ਮਲ ਤਿਆਗ ਦਾ ਪੀਲੂ ਖਾਏ ਪੇਟ ਭਰ ਔਰ ਜਿਹੜੀਆਂ ਰਾਤ ਇਹਨੇ ਪੇਟ ਭਰ ਕੇ ਸੁਪਨੇ ਵਿੱਚ ਪੀਲੂ ਖਾਧੀਆਂ ਸਨ। ਵਿਸਤਾ ਤਸ ਆਈ ਔਰ ਉਹ ਜਦੋਂ ਦੇਖਿਆ ਅੱਗੇ ਨੂੰ ਹੋ ਕੇ ਤੇ ਕੀ ਦੇਖਿਆ, ਉਹਦੀ ਵਿਸ਼ਟਾ ਵਿੱਚ ਵੀ ਉਹ ਪੀਲੂ ਦੇ ਬੀਜ ਇਹਨੂੰ ਨਜ਼ਰ ਆਏ ਜਿਹੜੀਆਂ ਸੁਪਨੇ ਵਿੱਚ ਖਾਧੀਆਂ ਸਨ। ਦੇਖਤ ਚਿੰਤਾ ਅਧਿਕ ਭੀ ਔਰ ਦੇਖ ਕੇ ਚਿੰਤਾ ਹੈਰਾਨੀ ਦੀ ਹੱਦ ਨਾ ਰਹੀ, ਕਮਾਲ ਹੋ ਗਈ ਏ, ਇਹੋ ਤਾਂ ਮੈਂ ਸੁਪਨੇ ਵਿੱਚ ਪੀਲੂ ਖਾਧੀਆਂ ਸਨ। ਮਤ ਬਹੁ ਬਿਸਮਾਈ ਤੇ ਬਹੁਤ ਜ਼ਿਆਦਾ ਹੈਰਾਨ ਹੋਇਆ ਭਈ ਸੋਚ ਉੱਠ ਕੇ ਬਾਹਰ ਤੇ ਬਾਹਰ ਮਲ ਕੇ ਆ ਕੇ ਫਿਰ ਜਿਹੜਾ ਉੱਠ ਕੇ ਘਰ ਨੂੰ ਚੱਲ ਆਇਆ। ਹਿਤ ਮੱਜਣ ਵੈਸੇ ਹੁਣ ਇਹ ਇਸ਼ਨਾਨ ਪਾਣ ਦੀ ਕਿਰਿਆ ਕਰਨ ਵਾਸਤੇ ਜਿਹੜਾ ਸੀ ਆਪਣੇ ਸਥਾਨ ਵੱਲ ਨੂੰ ਟਿਕਿਆ ਉਧਰ ਨੂੰ ਹੋਇਆ। ਕਰਨ ਲੱਗੇ ਰਦ ਧਾਵਨਾ ਹੁਣ ਰਦ ਧਾਵਨਾ ਕਹੀਏ ਦਾਤਨ, ਜਿਹੜੀ ਦਾਤਨ ਉਹ ਕਰਨ ਲੱਗਾ ਬਈ ਮੁਖ ਨੂੰ ਸਾਫ਼ ਕਰ ਲਈਏ ਫਿਰ ਇਸ਼ਨਾਨ ਕਰਾਂਗੇ। ਚਿਤਵਤ ਹੈ ਤੈਸੇ ਔਰ ਇਸ ਤਰ੍ਹਾਂ ਮਨ ਦੇ ਅੰਦਰ ਉਹ ਰਾਤ ਵਾਲਾ ਸੀਨ ਸਾਰਾ ਚੱਕਰ ਕੱਟਦਾ ਹੈ। ਤਬ ਦੰਤਨ ਮਹਿ ਅਟਕ ਔਰ ਉਸ ਵੇਲੇ ਕੀ ਦੇਖਿਆ, ਦਾਤਨ ਮੁਖ ਵਿੱਚ ਮਾਰਦਿਆਂ ਮਾਰਦਿਆਂ ਜੇ ਦਾਤਨ ਬਾਹਰ ਕੱਢ ਕੇ ਦੇਖੀ ਪੀਲੂ ਕੇ ਬੀਜੰ ਤੇ ਉਹ ਜਿਹੜੀਆਂ ਪੀਲੂ ਰਾਤ ਸੁਪਨੇ 'ਚ ਖਾਧੀਆਂ ਸੀ ਨਾ, ਸ਼ਮੀਰ ਦੇ ਦੰਦਾਂ ਵਿੱਚੋਂ ਦਾਤਨ ਮਾਰ ਕੇ ਤੇ ਉਹ ਪੀਲੂ ਪ੍ਰਤੱਖ ਵੀ ਨਿਕਲ ਆਈਆਂ। ਇੱਥੇ ਕਵੀ ਜੀ ਨੇ ਵੀ ਲਿਖਿਆ ਔਰ ਇਤਿਹਾਸਕਾਰਾਂ ਨੇ ਵੀ ਲਿਖਿਆ ਤੇ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਿਆ, ਉਹਨਾਂ ਨੇ ਵੀ ਮੈਨੂੰ ਇਹੀ
ਬਚਨ ਗੁਰੂ ਕੇ ਸੁਣਾਉਣਾ ਕੀਤੇ। ਕਹਿੰਦੇ ਸ਼ਮੀਰ ਨੇ ਜਦੋਂ ਪੀਲੂ ਆਪਣੇ ਮੁਖ ਵਿੱਚੋਂ ਦਿਨੇ ਨਿਕਲੀਆਂ ਵੇਖੀਆਂ ਨਿਕਸੇ ਦਾਤਨ ਕਰੇ ਤੇ ਔਰ ਜਦੋਂ ਦਾਤਨ ਕੀਤੀ ਤੇ ਮੂੰਹ ਦੇ ਵਿੱਚੋਂ ਪੀਲੂ ਬਾਹਰ ਆਈਆਂ, ਜਦੋਂ ਪਾਣੀ ਜਿਹਾ ਥੱਲੇ ਨੂੰ ਕੱਢੇ ਉਸ ਪੀਲੂ ਦੇ ਬੀਜ, ਚਿਤ ਕੌਤਕ ਥੀਜੰ। ਹੁਣ ਇਹ ਹੈਰਾਨੀ ਦੀ ਹੱਦ ਨਾ ਰਹੀ। ਇਹ ਸੋਚਦਾ ਕਿ ਉਹ ਸੱਚ ਸੀ ਕਿ ਆਹ ਸੱਚ ਸੀ, ਉਹ ਸੁਪਨਾ ਸੀ ਕਿ ਆਹ ਸੁਪਨਾ ਹੈ। ਬਈ ਸੁਪਨੇ ਦੀ ਚੀਜ਼ ਕਿਤੇ ਪ੍ਰਤੱਖ ਥੋੜਾ ਆਉਂਦੀ ਹੁੰਦੀ ਹੈ। ਕਹਾਂ ਭਈਏ ਵਾਰਤਾ ਇਹ ਮੇਰੇ ਨਾਲ ਕੀ ਭਾਣਾ ਵਾਪਰ ਗਿਆ ਕੁਝ ਸੁਪਨਾ ਹੋਵਾ ਔਰ ਇਹ ਜਿਹੜਾ ਸੁਪਨਾ ਹੋਣਾ ਕੀਤਾ ਮੈਨੂੰ ਆਇਆ ਹੈ। ਧਰ ਸਾਚ ਹੀ ਜਨਮ ਕੈ ਔਰ ਮੈਂ ਇਸ ਤਰ੍ਹਾਂ ਸੱਚੀ ਮੁੱਚੀ ਹੀ ਕਿਤੇ ਜਨਮ ਧਾਰਨ ਕਰ ਲਿਆ ਸੀ ਚੰਡਾਲਾਂ ਵਾਲਾ, ਵੱਡ ਸੰਕਟ ਜੋਵਾ ਤੇ ਜਿਹਦੇ ਵਿੱਚ ਮੈਨੂੰ ਇੰਨੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਜਾਨੀ ਜਾਏ ਨਾ ਕਹਾਂ ਗਾਤਾ ਹੁਣ ਮਨ ਦੇ ਵਿੱਚ ਕੋਈ ਗੱਲ ਸਮਝ ਨਹੀਂ ਇਹਦੇ ਆਉਂਦੀ। ਇਸ ਮੈਂ ਮਮ ਹੋਈ ਔਰ ਜਿਹੜੀ ਰਾਤ ਮੇਰੇ ਨਾਲ ਭਾਣਾ ਵਾਪਰਿਆ, ਸਾਰੀਆਂ ਇੰਨੀਆਂ ਜੂਨੀਆਂ ਵਿਧੀ ਮੈਂ ਲੰਘਿਆ। ਪਹਿਰ ਬਸਤਰ ਗੁਰ ਢਿਗ ਚਲੇ ਹੁਣ ਇਸ਼ਨਾਨ ਕਰ ਲਿਆ, ਬਸਤਰ ਸਾਹਿਬ ਪਹਿਨ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਗਿਆ। ਚਿਤ ਵੈ ਮਨ ਸੂਈ ਤੇ ਬਸ ਮਨ ਦੇ ਅੰਦਰ ਉਹੀ ਵਿਚਾਰ ਆਉਂਦੀ ਏ ਬਈ ਸੁਪਨੇ ਦੀ ਗੱਲ ਪ੍ਰਤੱਖ ਕਿਵੇਂ ਉਹ ਨਿਸ਼ਾਨੀਆਂ ਦਿਸ ਰਹੀਆਂ ਨੇ। ਹਰ ਹਰ ਬੰਦਨ ਬੰਦਨਾ ਔਰ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਕਰ ਫਿਰਿਓ ਅਗਾਰੀ ਤੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਰੁਕਿਆ। ਤਬ ਪੂਜਨ ਕੀਨੋ ਪ੍ਰਭੂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਹਨ, ਚਿਤ ਚਿੰਤ ਮਜ਼ਾਰੀ ਕਹਿਣ ਲੱਗੇ ਬਈ ਸ਼ਮੀਰ ਤੇਰੇ ਚਿੱਤ ਵਿੱਚ ਚਿੰਤਾ ਬਹੁਤੀ ਹੈ ਨਹਿ ਸੋਚੋ ਆਨੰਦ ਕਰੋ ਔਰ ਤੂੰ ਸੋਚ ਨਾ ਹੁਣ ਕੋਈ, ਹੁਣ ਤੂੰ ਆਨੰਦ ਦੇ ਸਹਿਤ ਰਹਿ, ਖੁਸ਼ੀ ਮਨਾ ਹੋਇਓ ਭਲ ਤੇਰਾ ਔਰ ਤੇਰਾ ਭਲਾ ਹੋ ਗਿਆ ਹੈ ਸ਼ਮੀਰ, ਤੂੰ ਇਹ ਚਿੰਤਾ ਨਾ ਕਰ। ਏਕ ਨਿਸ਼ਾ ਮਹਿ ਨਿਬਰੇਗਾ ਔਰ ਮਹਾਰਾਜ ਸਾਹਿਬ ਕਹਿੰਦੇ ਕਾਹਦੇ ਲਈ ਸ਼ਮੀਰ ਸੋਚਾਂ ਵਿੱਚ ਪਿਆ ਹੈ, ਤੇਰਾ ਸਾਰਾ ਕੁਝ ਇੱਕ ਰਾਤ ਵਿੱਚ ਹੀ ਨਿਬੇੜ ਦਿੱਤਾ ਹੈ। ਸਭ ਲੇਖ ਕਨੇਰਾ ਔਰ ਤੇਰਾ ਜਿਹੜਾ ਬਹੁਤਾ ਜ਼ਿਆਦਾ ਲੇਖਾ ਜੋਖਾ ਸੀ ਨਾ, ਤੂੰ ਇਹਨਾਂ ਦੁਨੀਆਂ ਵਿੱਚ ਹੀ ਘੁੰਮਣਾ ਸੀ, ਇਹ ਤੇਰੇ ਨਾਲ ਪ੍ਰਤੱਖ ਵਰਤਣਾ ਸੀ, ਉਹ ਇੱਕ ਰਾਤ ਵਿੱਚ ਹੀ ਇਹ ਸੁਪਨੇ ਦੇ ਦੁਆਰਾ ਹੀ ਤੇਰਾ ਭੁਗਾ ਦਿੱਤਾ ਹੈ। ਗੁਰੂ ਏਡਾ ਵੱਡਾ ਸਮਰੱਥ ਹੈ, ਜਿਹੜਾ ਗੁਰੂ ਨੂੰ ਪ੍ਰਸੰਨ ਕਰ ਲਵੇ, ਗੁਰੂ ਉਹਦੇ ਤੇ ਕਿਰਪਾ ਕਰ ਦੇਵੇ ਤੇ ਔਰ ਗੁਰੂ ਉਹਨੂੰ ਇੱਕ ਸੁਪਨੇ ਵਿੱਚ ਹੀ ਭਾਵੇਂ ਉਹਦੇ ਜਿੰਨੇ ਮਰਜ਼ੀ ਜਨਮ ਹੋਣ ਭੁਗਾ ਕੇ ਤੇ ਉਹਨੂੰ ਬਖਸ਼ ਦਿੰਦਾ, ਚਰਨਾਂ ਨਾਲ ਜੋੜ ਲੈਂਦਾ ਹੈ। ਔਰ ਇਤਿਹਾਸ ਦੇ ਇਹ ਬਚਨ ਨੇ ਤੇ ਆਪਣੇ ਲਾਗੇ ਦੀਨੇ ਪਿੰਡ ਦੇ ਵਿੱਚ ਸ਼ਮੀਰ ਦੀ ਔਲਾਦ ਅੱਜ ਵੀ ਬੈਠੀ ਹੈ। ਉਹਨਾਂ ਦਾ ਨਾਮ ਭਾਈ ਜੁਗਰਾਜ ਸਿੰਘ ਹੈ। ਦੀਨੇ ਆਪਾਂ ਇੱਕ ਤਾਂ ਬਾਹਰਲੇ ਉਰਲੇ ਗੇਟ ਵੱਲੋਂ ਜਾਂਦੇ ਨਾ, ਇੱਕ ਨਿੱਕਾ ਗੇਟ ਪਿੰਡ ਵੱਲ ਨੂੰ ਸਾਹਮਣੇ ਨਿਕਲਦਾ, ਜਿੱਧਰ ਚਰਨ ਕੁੰਡ ਤੇ ਔਰ ਦਰਬਾਰ ਸਾਹਿਬ ਦਾ ਉੱਥੋਂ ਸਿੱਧਾ ਗੇਟ ਇੱਕ ਬਾਹਰ ਨੂੰ ਨਿਕਲਦਾ ਹੈ। ਉੱਥੋਂ ਸਿੱਧੀ ਗਲੀ ਜਾ ਕੇ ਭਾਈ ਜੁਗਰਾਜ ਸਿੰਘ ਦਾ ਘਰ ਹੈ। ਉਹਨਾਂ ਦੀ ਅੰਸ਼ ਬੰਸ ਹੈ, ਜਿਨ੍ਹਾਂ ਦੇ ਘਰ ਦੇ ਵਿੱਚੋਂ ਅੰਸ਼ ਬੰਸ ਜਿਹੜੀ ਚੋਂ ਇੱਕ ਕਟਾਰ ਸਾਹਿਬ ਆਈ ਹੋਈ ਆ ਇੱਥੇ ਜਿਹੜੀ ਆ। ਮੈਂ ਉਹਨਾਂ ਦੇ ਘਰੇ ਵੀ ਗਿਆ, ਉਹਨਾਂ ਨੇ ਆ ਸਾਰੇ ਬਚਨ ਉਹਨਾਂ ਨੇ ਮੈਨੂੰ ਸੁਣਾਏ। ਗੁਰੂ ਕੇ ਜਿਹੜੇ ਨੇ ਉਹ ਵੀ ਅੱਜ ਇਹ ਮੰਨਦੇ ਨੇ ਤੇ ਗੁਰੂ ਐਡਾ ਵੱਡਾ ਦਾਤਾ ਹੈ। ਇਹੋ ਜਿਹਾ ਗੁਰੂ ਕੀ ਸੰਗਤ ਕੋਈ ਲੱਭਣਾ ਨਹੀਂ, ਜਿਹੜਾ ਬੇਅੰਤ ਜਨਮ ਭੁਗਾ ਕੇ ਤੇ ਸਿੱਖ ਨੂੰ ਇਸੇ ਜਨਮ ਵਿੱਚ ਬਖਸ਼ ਦੇਵੇ, ਆਪਣੇ ਲੜ ਲਾ ਲਵੇ। ਸੁਣਤ ਨਮਰ ਹੋਏ ਮੋਹਰ ਮੋਹ ਔਰ ਇਸ ਤਰ੍ਹਾਂ ਮਹਾਰਾਜ ਤੋਂ ਸੁਣ ਕੇ ਨਿਮਰਤਾ ਦੇ ਵਿੱਚ ਝੁਕ ਗਿਆ ਸ਼ਮੀਰ ਭਗ ਨਮੋ ਕਰੰਤਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰਾਂ ਕਰਦਾ ਹੈ। ਪ੍ਰਭ ਜੀ ਭੇਦ ਬਤਾਈਏ ਔਰ ਮਹਾਰਾਜ ਮੈਨੂੰ ਸਾਰਾ ਭੇਦ ਦੱਸੋ। ਕੁਝ ਚਿੰਤ ਅਨੰਤਾ ਮਹਾਰਾਜ ਮੇਰੇ ਮਨ ਦੇ ਅੰਦਰ ਬੇਅੰਤ ਚਿੰਤਾ ਵਹਿ ਰਹੀ ਹੈ। ਸੁਪਨਾ ਹੋਇਓ ਸਾਚ ਕੈ ਔਰ ਮਹਾਰਾਜ ਮੈਨੂੰ ਇਹ ਦੱਸ ਦਿਓ ਕਿ ਸੁਪਨਾ ਸੀ ਕਿ ਸੱਚੀ ਮੁੱਚੀ ਸੀ। ਦੋਨੋਂ ਵਿਦ ਜਾਨੀ ਮਹਾਰਾਜ ਮੈਂ ਦੋਨੇ ਵਿਧੀਆਂ ਜਿਹੜੀਆਂ ਉਹਨਾਂ ਨੂੰ ਸਮਝਣਾ ਚਾਹੁੰਦਾ ਹਾਂ। ਫਲ ਪੀਲੂ ਕੋ ਸਮੋ ਨਹਿ ਔਰ ਮਹਾਰਾਜ ਸੱਚੇ ਪਾਤਸ਼ਾਹ ਹੁਣ ਤਾਂ ਪੀਲੂ ਦਾ ਸਮਾਂ ਹੀ ਨਹੀਂਗਾ, ਜਿਹੜੀਆਂ ਪੀਲੂ ਰਾਤ ਮੈਂ ਖਾਧੀਆਂ ਤੇ ਦਿਨੇ ਮੈਂ ਵੇਖੀਆਂ ਨੇ। ਇਸ ਮੈਂ ਕਿਆ ਖਾਨੀ ਮਹਾਰਾਜ ਫਿਰ ਮੈਂ ਰਾਤ ਕਿੱਥੋਂ ਖਾ ਲਈ ਔਰ ਉਹ ਕਿਵੇਂ ਆਈਆਂ, ਮੈਨੂੰ ਸਾਰੀ ਵਾਰਤਾ ਦੱਸੋ। ਜਿਵੇਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸ਼ਮੀਰ ਨੂੰ ਦੱਸਦੇ ਨੇ, ਸਮਝਾਉਂਦੇ ਨੇ ਕਿ ਤੇਰੀ ਵਾਰ-ਵਾਰ ਪੁੱਤਰਾ ਇਹ ਮੰਗ ਸੀ ਤੇ ਤੈਨੂੰ ਸਾਰੇ ਜਨਮ ਤੇਰੇ ਕੱਟ ਦਿੱਤੇ ਗਏ ਜਿੰਨੇ ਤੂੰ ਭੋਗਨੇ ਸੀ। ਮਹਾਰਾਜ ਨੇ ਕਿਹਾ ਸੀ ਨਾ ਤੇਰੇ ਅਨੇਕਾਂ ਜਨਮ ਨੇ, ਇੱਕ ਅੱਧਾ ਹੋਵੇ ਤਾਂ ਕੱਟ ਦਈਏ। ਮਹਾਰਾਜ ਨੂੰ ਸਾਰੇ ਫਿਰ ਰਾਤ ਸੁਪਨੇ ਵਿੱਚ ਹੀ ਘੁਮਾ ਦਿੱਤੇ ਤੇ ਭੁਗਾ ਕੇ ਇਹਨੂੰ ਤੇ ਪ੍ਰਤੱਖ ਰੂਪ ਵਿੱਚ ਕਿਹਾ ਹੁਣ ਸ਼ਮੀਰ ਫਿਕਰ ਦੀ ਲੋੜ ਨਹੀਂ,
ਹੁਣ ਖੁਸ਼ੀ ਮਨਾ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕੱਟ ਰਹੇ ਬਖਸ਼ਿਸ਼ਾਂ ਕਰ ਰਹੇ ਨੇ, ਉਹ ਪਾਵਨ ਇਤਿਹਾਸ ਨੂੰ ਆਪਾਂ ਅੱਗੇ ਪੜ੍ਹਨ ਸੁਣਨ ਦਾ ਯਤਨ ਕਰਾਂਗੇ। ਅੱਜ ਦਾ ਇਤਿਹਾਸ ਪੜ੍ਹਦਿਆਂ ਸੁਣਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਗੁਰੂ ਕੀ ਸੰਗਤ ਸਤਿਗੁਰੂ ਆਪ ਬਖਸ਼ਣ ਯੋਗ, ਅੱਗੇ ਤੋਂ ਸ੍ਰੇਸ਼ਟ ਮਤ ਬੁੱਧ ਬਖਸ਼ਿਸ਼ ਕਰਨੀ। ਅੱਜ ਲਈ ਇੰਨੀਆਂ ਕੋ ਬੇਨਤੀਆਂ ਸੰਖੇਪ ਰੂਪ ਅੰਦਰ ਪ੍ਰਵਾਨ ਕਰਨੀਆਂ। ਆਓ ਪਾਵਨ ਪੰਕਤੀਆਂ ਪੜ੍ਹ ਕੇ ਤੇ ਹੀ ਸਮਾਪਤੀ ਕਰੀਏ। ਨਾ ਹੋਇਓ ਸਾਚ ਕੈ ਦੋਨੋਂ ਬਿਦ ਜਾਨੀ, ਫਲ ਪੀਲੂ ਕੋ ਸਮੋ ਨਹਿ ਨਿਸਮਹਿ ਕਿਆ ਖਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ